ਹੈਲੋ एवरीवन, मैं हाँ चैफी सचदेवा ਤੇ ਇਹ ਵੀਡੀਓ ਲੈਕਚਰ ਹਿਸਟੋਪੈਥੋਲੋਜੀ ਤੇ ਸਾਈਟੋਲੋਜੀ ਦੇ ਸਬਜੈਕਟ ਦੇ ਲਈ ਹੈ। ਇਹ ਚੌਥਾ ਲੈਕਚਰ ਹੈ ਤੇ ਇਸ ਦਾ ਟੌਪਿਕ ਹੈ ਫਿਕਸੇਸ਼ਨ ਆਫ ਹਿਸਟੋਲੋਜੀਕਲ ਸਪੈਸੀਮਨਸ। ਫਿਕਸੇਸ਼ਨ ਉਹ ਪ੍ਰੋਸੈਸ ਹੈ ਜਿੰਦੇ ਵਿੱਚ ਕਿ ਟਿਸ਼ੂ ਦੇ ਸਟਰਕਚਰ ਨੂੰ ਫਿਕਸ ਕੀਤਾ ਜਾਂਦਾ ਹੈ, ਸਟੇਬਲ ਕੀਤਾ ਜਾਂਦਾ ਹੈ ਤਾਂ ਕਿ ਉਹ ਉਸੇ ਤਰੀਕੇ ਨਾਲ ਰਹੇ ਜਿਵੇਂ ਕਿ ਉਹ ਬੋਡੀ ਦੇ ਅੰਦਰ ਸੀ, ਉਹਦੇ ਵਿੱਚ ਕੋਈ ਚੇਂਜ ਨਾ ਆਏ। ਸੋ ਉਹਨੂੰ ਪ੍ਰੀਜ਼ਰਵ ਕੀਤਾ ਜਾਂਦਾ ਟਿਸ਼ੂ ਦੇ ਸਟਰਕਚਰ ਨੂੰ। ਸੋ ਇਹ ਜਿਹੜਾ ਹੈਗਾ ਫਿਕਸੇਸ਼ਨ ਦਾ ਕੰਮ ਫਿਕਸੇਟਿਵਸ ਨਾਲ ਕੀਤਾ ਜਾਂਦਾ ਹੈ। ਫਿਕਸੇਟਿਵ ਮੀਨਸ ਪ੍ਰੀਜ਼ਰਵੇਟਿਵਸ। ਸੋ ਸਭ ਤੋਂ ਕਾਮਨ ਜਿਹੜਾ ਪ੍ਰੀਜ਼ਰਵੇਟਿਵ ਹੈ ਉਹ ਹੈ ਫਾਰਮੈਲਡੀਹਾਈਡ। ਸੋ ਜਿਵੇਂ ਕੋਈ ਟਿਸ਼ੂ ਦਾ ਸੈਂਪਲ ਬੋਡੀ ਚੋਂ ਰਿਮੂਵ ਕੀਤਾ ਜਾਂਦਾ ਹੈ ਤੇ ਉਸ ਨੂੰ ਇੱਕ ਕੰਟੇਨਰ ਦੇ ਵਿੱਚ ਫਿਕਸੇਟਿਵ ਦੇ ਵਿੱਚ ਪਾ ਕੇ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਉਹਦੇ ਵਿੱਚ ਕੋਈ ਚੇਂਜਸ ਨਾ ਆਏ ਜਦੋਂ ਤੱਕ ਕਿ ਉਹਨੂੰ ਮਾਈਕਰੋਸਕੋਪਿਕਲੀ ਐਗਜ਼ਾਮਿਨ ਨਹੀਂ ਕਰ ਲਿਆ ਜਾਂਦਾ। So what is fixation? It is the preservation of biological tissue so that its original form is retained outside the body. So fixatives ਜਿਹੜੇ ਹੈ they prevents the decay due to autolysis or putrefaction, and formaldehyde is the most common fixative which is used. So fixation ਜਿਹੜਾ ਹੈਗਾ ਉਹਦੇ ਵਿੱਚ ਜੋ ਟਿਸ਼ੂ ਹੈ ਉਹਦੀ ਸਟਰਕਚਰ ਮੇਨਟੇਨ ਤਾਂ ਹੁੰਦੀ ਹੀ ਹੈ, ਨਾਲ ਨਾਲ ਉਹ ਜਿਹੜੀ ਟਿਸ਼ੂ ਪ੍ਰੋਸੈਸਿੰਗ ਦੇ ਨੈਕਸਟ ਸਟੈਪਸ ਹੈ ਉਹਦੇ ਵਾਸਤੇ ਵੀ ਟਿਸ਼ੂ ਨੂੰ ਪ੍ਰੀਪੇਅਰ ਕੀਤਾ ਜਾਂਦਾ ਹੈ ਤਾਂ ਕਿ ਜੋ ਟਿਸ਼ੂ ਪ੍ਰੋਸੈਸਿੰਗ ਦੇ ਟਾਈਮ ਦੇ ਵਿੱਚ ਟਿਸ਼ੂਜ਼ ਨੂੰ ਕੈਮੀਕਲ ਦੇ ਨਾਲ ਕੰਟੈਕਟ ਚਾਹਣਾ, ਜਿਹੜੇ ਕੈਮੀਕਲਸ ਦੇ ਨਾਲ ਉਹਨਾਂ ਤੋਂ ਵੀ ਟਿਸ਼ੂ ਦੀ ਸਟਰਕਚਰ ਨੂੰ ਜੋ ਹੈ ਹਾਰਮਫੁਲ ਇਫੈਕਟਸ ਤੋਂ ਹੈ ਬਚਾਇਆ ਜਾ ਸਕੇ। ਜਿਵੇਂ ਕਿ ਇਨਫਿਲਟ੍ਰੇਸ਼ਨ ਕੀਤੀ ਜਾਂਦੀ ਹੈ ਪੈਰਾਫਿਨ ਇੰਬੈਡਿੰਗ ਦੇ ਦੌਰਾਨ ਹੌਟ ਵੈਕਸ ਦੇ ਨਾਲ ਟਿਸ਼ੂ ਦੀ। ਸੋ ਹੌਟ ਵੈਕਸ ਜਿਹੜੀ ਹੈ ਉਹ ਵੀ ਟਿਸ਼ੂ ਦੀ ਸਟਰਕਚਰ ਨੂੰ ਜੋ ਹੈ ਡੈਮੇਜ ਨਾ ਕਰੇ, ਉਸ ਵਾਸਤੇ ਵੀ ਜੋ ਫਿਕਸੇਟਿਵ ਹੈ ਟਿਸ਼ੂ ਨੂੰ ਪ੍ਰੀਪੇਅਰ ਕਰਦਾ ਹੈ। ਔਰ ਨਾਲ ਨਾਲ ਕਿ ਅੱਗੇ ਜੋ ਸਟੇਨਿੰਗ ਕਰਨੀ ਹੈ ਟਿਸ਼ੂ ਨੂੰ ਪ੍ਰੋਪਰ ਸਟੇਨਸ ਦੇ ਨਾਲ ਸਟੇਨ ਕੀਤਾ ਜਾ ਸਕੇ, ਉਹ ਵੀ ਜਿਹੜਾ ਕੰਮ ਹੈ ਫਿਕਸੇਸ਼ਨ ਤੋਂ ਹੀ ਸਟਾਰਟ ਹੋ ਜਾਂਦਾ ਹੈ ਕਿਉਂਕਿ ਫਿਕਸੇਸ਼ਨ ਦੇ ਵਿੱਚ ਜੋ ਫਿਕਸੇਟਿਵਸ ਯੂਜ਼ ਹੁੰਦੇ ਦੇ ਆਰ ਆਲਸੋ ਕੈਮੀਕਲਸ ਐਂਡ ਸਟੇਨਸ ਆਰ ਆਲਸੋ ਕੈਮੀਕਲਸ। ਸੋ ਅਗਰ ਇੱਕ ਦੂਜੇ ਦੇ ਨਾਲ ਕੰਪੈਟੀਬਲ ਹੋਣਗੇ ਤਾਂ ਹੀ ਟਿਸ਼ੂ ਨੂੰ ਪ੍ਰੋਪਰਲੀ ਸਟੇਨ ਕੀਤਾ ਜਾ ਸਕਦਾ ਹੈ। ਸੋ ਇਟ ਇਜ਼ ਦ ਫਾਊਂਡੇਸ਼ਨ ਫॉर द नेक्स्ट स्टेजेस ऑफ द प्रिपरेशन ऑफ टिश्यू सेक्शंस. Tissue must be protected from harmful effects of tissue processing, including infiltration with hot wax, but also should maintain reactivity to the stains. So next is qualities of a fixative. एक फिक्सेटिव, अच्छे फिक्सेटिव ਦੇ ਵਿੱਚ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ। ਫਰਸਟ ਇਜ਼ ਕਿ ਉਹ ਜਿਹੜਾ ਟਿਸ਼ੂ ਨੂੰ ਆਪਣੀ ਪ੍ਰੋਪਰ ਲਿਵਿੰਗ ਸਟੇਟ ਜਿਵੇਂ ਬੋਡੀ ਦੇ ਅੰਦਰ ਹੁੰਦੀ ਹੈ ਉਸ ਕੰਡੀਸ਼ਨ ਦੇ ਵਿੱਚ ਰੱਖੇ, ਉਹਦੇ ਵਿੱਚ ਕੋਈ ਚੇਂਜ ਨਾ ਆਵੇ। ਸੋ ਇਟ ਸ਼ੁੱਡ ਪ੍ਰੀਜ਼ਰਵ ਟਿਸ਼ੂ ਐਜ਼ ਕਲੋਜ਼ ਟੂ देयर ਲਿਵਿੰਗ ਸਟੇਟ ਐਜ਼ ਪੋਸੀਬਲ। ਨੈਕਸਟ ਕਿ ਉਹਨੂੰ ਆਟੋਲਾਈਸਿਸ ਤੇ ਪਿਊਟਰੀਫੈਕਸ਼ਨ ਤੋਂ ਬਚਾਏ। ਆਟੋਲਾਈਸਿਸ ਮੀਨਸ ਸੈਲਫ ਡਿਗਰੇਡੇਸ਼ਨ, ਪਿਊਟਰੀਫੈਕਸ਼ਨ ਮੀਨਸ from the attack of microorganisms. So दोनों चीज़ों ਦੇ ਵਿੱਚ changes ਲੈ ਕੇ ਆ ਸਕਦੀ ਹੈ। So fixative ਦਾ ਕੰਮ ਹੈ ਕਿ ਉਹ ਟਿਸ਼ੂ ਨੂੰ ਇਹਨਾਂ ਦੋਨਾਂ ਚੀਜ਼ਾਂ ਤੋਂ ਵੀ ਬਚਾਏ। should kill cells quickly. ਜਿਹੜਾ ਫਿਕਸੇਟਿਵ ਹੈਗਾ ਉਹ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਉਹ ਸੈਲਸ ਹੈ ਉਹਨੂੰ ਬਹੁਤ ਜਲਦੀ ਕਿਲ ਕਰ ਦੇ ਤਾਂ ਕਿ ਉਹਦੇ ਵਿੱਚ ਜਿੰਨੀਆਂ ਵੀ ਐਂਜ਼ਾਈਮੈਟਿਕ ਰਿਐਕਸ਼ਨਸ ਹੈ ਉਹ ਸਟਾਪ ਹੋ ਜਾਣ ਤੇ ਆਟੋਲਾਈਸਿਸ ਨਾ ਹੋਏ। ਨੈਕਸਟ ਇਜ਼ should not add to or remove from the tissue constituents. means ਜਿਹੜੇ ਫਿਕਸੇਟਿਵ ਦੇ ਵਿੱਚ ਕੈਮੀਕਲ ਹੈਗੇ ਹੈ, ਫਿਕਸੇਟਿਵ ਜਿਹੜਾ ਕੈਮੀਕਲ ਤੋਂ ਬਣਿਆ ਉਹ ਕੈਮੀਕਲਸ ਜਿਹੜੇ ਹੈਗੇ ਹੈ ਉਹ ਟਿਸ਼ੂ ਦੇ ਕਨਸਟੀਟੂਐਂਟਸ ਦੇ ਵਿੱਚ, ਟਿਸ਼ੂ ਦੇ ਕੈਮੀਕਲ ਕੰਪੋਜੀਸ਼ਨ ਦੇ ਵਿੱਚ ਕੋਈ ਚੇਂਜ ਨਾ ਲੈ ਕੇ ਆਉਣ, ਨਾ ਤਾਂ ਉਹਦੇ ਵਿੱਚ ਕੁਝ ਐਡ ਕਰਨ ਨਾ ਰਿਮੂਵ ਕਰਨ। maintaining the volume and shape of the cell as far as possible. ਸੋ ਜਿਹੜਾ ਫਿਕਸੇਟਿਵ ਹੈਗਾ ਉਹ ਟਿਸ਼ੂ ਦੇ ਜਿਹੜੇ ਸ਼ੇਪ ਹੈ ਉਹਦਾ ਜਿਹੜਾ ਸਾਈਜ਼ ਹੈ ਉਹਦੇ ਵਿੱਚ ਕੋਈ ਚੇਂਜ ਨਾ ਲੈ ਕੇ ਆਏ, ਨਾ ਤਾਂ ਸੈੱਲ ਨੂੰ ਸ਼ਰਿੰਕ ਕਰੇ ਨਾ ਸਵੈਲ ਕਰੇ, ਦੈਟ ਮੀਨਸ ਉਹਦੀ ਸ਼ੇਪ ਚੇਂਜ ਨਾ ਕਰੇ। ਟੂ ਮੇਕ ਦ ਸਾਈਜ਼ ਟਿਸ਼ੂ ਫਰਮ ਟੂ ਹਾਰਡ ਟੂ ਅਲਾਉ ਈਜ਼ੀ ਸੈਕਸ਼ਨਿੰਗ। ਸੋ ਫਿਕਸੇਟਿਵ ਜਿਹੜਾ ਹੈਗਾ ਉਹ ਟਿਸ਼ੂ ਨੂੰ ਇੰਨਾ ਹਾਰਡ ਕਰੇ ਜਾਂ ਫਰਮ ਕਰੇ ਤਾਂ ਕਿ ਉਹਨੂੰ ਈਜ਼ੀਲੀ ਜਿਹੜਾ ਹੈ ਕੱਟਿਆ ਜਾ ਸਕੇ, ਨਾ ਬਹੁਤ ਜ਼ਿਆਦਾ ਹਾਰਡ ਕਰੇ, ਓਵਰ ਹਾਰਡਨਿੰਗ नहीं करनी चाहिए, तो ना ही बहुत सॉफ्ट रहना चाहिए आफ्टर
fixation of the tissue. So next is, it should penetrate the tissue and cells fast, uniformly and deeply. So ਜਿਹੜਾ fixative ਹੈ ਉਹਨੂੰ ਜਿਹੜੇ ਟਿਸ਼ੂ ਨੂੰ ਆਪਾਂ ਪ੍ਰੀਜ਼ਰਵ ਕਰਨਾ ਹੈ ਉਹਦੇ ਅੰਦਰ ਤੱਕ ਚਲਾ ਜਾਣਾ ਚਾਹੀਦਾ ਹੈ ਡੀਪਲੀ। ਇਹ ਨਹੀਂ ਕਿ ਉਹਦੇ ਉੱਪਰ ਉੱਪਰ ਉਹ ਐਕਟ ਕਰੇ ਉਸ ਟਿਸ਼ੂ ਤੇ, ਉਹਨੂੰ ਉਹਦੇ ਸੈਂਟਰ ਤੱਕ ਜਾ ਕੇ ਡੀਪਲੀ ਪੈਨੀਟ੍ਰੇਟ ਕਰਕੇ ਅੰਦਰਲੇ ਪਾਰਟ ਨੂੰ ਵੀ ਪ੍ਰੋਪਰਲੀ ਫਿਕਸ ਕਰਨਾ ਚਾਹੀਦਾ ਹੈ। ਔਰ ਜਿਹੜਾ ਇਹ ਫਿਕਸੇਟਿਵ ਹੈ ਇਹ ਬਹੁਤ ਜਲਦੀ ਅੰਦਰ ਪੈਨੀਟ੍ਰੇਟ ਕਰ ਜਾਣਾ ਚਾਹੀਦਾ ਟਿਸ਼ੂ ਦੇ ਅੰਦਰ ਤੇ ਯੂਨੀਫਾਰਮਲੀ ਕਰਨਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਟਿਸ਼ੂ ਦੇ ਇੱਕ ਪਾਰਟ ਦੇ ਵਿੱਚ ਜਿਹਨੂੰ ਆਪਾਂ ਫਿਕਸ ਕਰਨਾ ਹੈ ਇਹ ਅੰਦਰ ਡੀਪਲੀ ਚਲਾ ਗਿਆ ਤੇ ਉਹਨੂੰ ਉਹਨੇ ਫਿਕਸ ਕਰ ਦਿੱਤਾ ਤੇ ਦੂਸਰੀ ਪਾਰਟ ਦੇ ਅੰਦਰ ਇਹ ਜਾ ਹੀ ਨਹੀਂ ਸਕਿਆ। ਸੋ ਇਹ ਯੂਨੀਫਾਰਮਲੀ ਜਿਹੜਾ ਹੈਗਾ ਪੂਰੇ ਟਿਸ਼ੂ ਦੇ ਅੰਦਰ ਜਾਣਾ ਚਾਹੀਦਾ ਹੈ। ਇਟ ਸ਼ੁੱਡ ਬੀ ਲੋ ਕੋਸਟ ਐਂਡ ਈਜ਼ੀ ਟੂ ਪ੍ਰਿਪੇਅਰ। ਇਹ ਸਸਤਾ ਹੋਣਾ ਚਾਹੀਦਾ ਤੇ ਇਹਨੂੰ ਬਣਾਉਣਾ ਜਿਹੜਾ ਸੌਖਾ ਹੋਣਾ ਚਾਹੀਦਾ ਹੈ। ਇਟ ਸ਼ੁੱਡ ਬੀ ਨॉन ਟੌਕਸਿਕ। ਇਹ ਜ਼ਹਿਰੀਲਾ ਨਹੀਂ ਹੋਣਾ ਚਾਹੀਦਾ। ਇਹਦੇ ਫਿਊਮਸ ਜਿਹੜੇ ਹੈਗੇ ਆ ਕਈ ਜਿਹੜੇ ਹੈਗੇ ਆ ਕੈਮੀਕਲਸ ਹੈ ਉਹ ਵੈਪਰਾਈਜ਼ ਹੋ ਜਾਂਦੇ ਆ ਬਹੁਤ ਈਜ਼ੀਲੀ। ਸੋ ਉਹਦੇ ਜਿਹੜੇ ਫਿਊਮਸ ਹੈ ਉਹ ਤੁਹਾਨੂੰ ਇਰੀਟੇਟ ਨਹੀਂ ਕਰਨੇ ਚਾਹੀਦੇ। ਨੋਨ ਕਰੋਸਿਵ, ਇਹ ਜਿਹੜਾ ਮੈਟਲਸ ਦੇ ਨਾਲ ਰਿਐਕਟ ਨਹੀਂ ਕਰਨਾ ਚਾਹੀਦਾ, ਉਹਨਾਂ ਦੀ ਜੰਗ ਨਹੀਂ ਲਗਾਉਣਾ ਚਾਹੀਦਾ, ਮੈਟਲਸ ਨੂੰ ਖਰਾਬ ਨਹੀਂ ਕਰਨ ਵਾਲਾ ਹੋਣਾ ਚਾਹੀਦਾ। ਐਂਡ ਨੋਨ ਇਨਫਲੇਮੇਬਲ ਮੀਨਸ ਇਹਨੂੰ ਅੱਗ ਨਹੀਂ ਲੱਗਣੀ ਚਾਹੀਦੀ। ਇਹ ਜਿਹੜਾ ਹੈਗਾ ज्वलनशील नहीं होना चाहिए। इट शुड बी स्टेबल। फिक्सेटिव जो एक बार तुसी बना दिता जेडे कैमिकल्स यूज किते हैं वो डिग्रेड नहीं होने चाहिए, वो कैमिकल जेड़ा खराब नहीं होना चाहिए, वो अपना काम करना बंद नहीं करना चाहिए, वो लंबे समय तक एज इट इज रहना चाहिए, अपना काम करने वाला होना चाहिए जो तो तुसी उन्हें बनाते हो। सो इट शुड बी स्टेबल। अलाउ लॉन्ग स्टोरेज ऑफ टिश्यूज मीनस अगर तुसी फिक्सेटिव दे विच टिश्यू नूं पा दिता है तो तुसी टिश्यू नूं उस दे विच लंबे समय तक रख सको। ये ना होए कि ज़्यादा लंबे समय ते रखन ते टिश्यू जिहड़ा ओवर हार्डन हो जाए, ज़्यादा हार्ड हो जाए। सो ये नहीं होना चाहिए ते जिहड़ा फिक्सेटिव है वो टिश्यू नूं ओवर ड्राई या हार्ड नहीं करना चाहिए। अलाउ क्लीयर स्टेनिंग ऑफ सैक्शंस सबसीक्वेंटली। सो जो तुसी टिश्यू प्रोसैसिंग कर ली, फिक्सेशन कर ली, टिश्यू प्रोसैसिंग कर ली, उस तो बाद जो तुसी स्टेनिंग करनी है सो जी स्टेन्स है वो भी टिश्यू के अंदर जान गया, दे आर ऑल्सो कैमिकल्स। सो फिक्सेटिव टिश्यू के अंदर कोई एवें दी चेंजिस ना लैके आए जिस दे नाल कि उसनूं बाद विच स्टेन ना किया जा सके। सो सारे स्टेनिंग ते डिपेंड करता आप बहुत टाइम कि किहड़ा फिक्सेटिव यूज़ करते हैं। जे आप कोई पर्टिकुलर स्टेन यूज़ करनी है तो एक पर्टिकुलर फिक्सेटिव यूज़ करते हैं टिश्यू नूं फिक्स करने वास्ते, क्योंकि ये दोनों आपस कंपैटिबल होने चाहिए है। कई बार फिक्सेटिव दे विच इस तरह के कैमिकल्स होंदे हैं जो कि बाद विच स्टेन नूं टिश्यू के अंदर पैनीट्रेट नहीं करन दिंदे, उन्होंने स्टेन नहीं होण दिंदे। सो फिक्सेटिव एवें दा होना चाहिए कि वो स्टेनिंग नूं प्रॉपर होण दे। बट देयर इज नो आइडल फिक्सेटिव। कोई भी एवें दा फिक्सेटिव नहीं है जो ये सारिया क्वालिटीज़ ते पूरा उतर सके जिहदे विच सारिया क्वालिटीज़ होण। सो चॉइस ऑफ फिक्सेटिव डिपेंड्स अपॉन द सेल और टिश्यू टू बी डेमोनस्ट्रेटेड एंड स्टेन्स टू बी यूज। सो फिक्सेटिव उस तरीके का लेना चाहिए, वो फिक्सेटिव लेना चाहिए किसी पर्टिकुलर टिश्यू या सैल नूं स्टेन फिक्स करने वास्ते जो उनके नाल कंपैटिबल होवे। नैक्सट जिस स्टेनिंग नाल तुसी टिश्यू नूं स्टेन करना चाहते हो फॉर माइक्रोस्कोपिक एग्जामिनेशन उस स्टेन दे नाल भी वो कंपैटिबल होवे। सो फिक्सेटिव डिपेंड्स, चॉइस ऑफ फिक्सेटिव डिपेंड्स ऑन किहड़ा तुसी सैल ते टिश्यू देखना चाहते हो माइक्रोस्कोप के थल्ले और किहड़ी स्टेन यूज़ करना चाहते हो उन्होंने देखने लई। नैक्सट इज रिएक्शंस ऑफ फिक्सेटिव्स, मतलब फिक्सेटिव्स अपना काम किवें करते हैं। फर्स्ट इज क्रॉस लिंकिंग। फिक्सेटिव्स स्टेबलाइजेस स्ट्रक्चरल प्रोटीन्स बाय फॉर्मिंग क्रॉस लिंक्स। सो की करते हैं फिक्सेटिव, क्योंकि जो अपने सैल है टिश्यू है इनका जो स्ट्रक्चरल पार्ट है दे आर ऑल प्रोटीन्स। सो उन्होंने प्रोटीन्स नूं स्टेबलाइज कर देंगे है by forming cross links. Now what is cross links? They are the covalent chemical bonds. So ਜਿਹੜੇ proteins already cell ਦੇ ਅੰਦਰ present ਹੈ ਉਹ ਉਹਨਾਂ proteins ਦੇ ਵਿੱਚ chemical covalent bonds ਜਿਹੜੇ ਹੈ ਬਣਾ ਦਿੰਦੇ ਆ ਜਿਨ੍ਹਾਂ ਨੂੰ ਕਿ ਆਪਾਂ cross links ਕਹਿੰਦੇ ਆ। So and ਕੀ ਕਰਦੇ ਆ, ਇਹਦੇ ਨਾਲ ਕੀ ਹੁੰਦਾ ਹੈ, ਇਹਦੇ ਨਾਲ ਇੱਕ mechanical strength ਮਿਲਦੀ ਹੈਗੀ ਹੈ ਉਸ tissue ਨੂੰ।
So stabilizes structural proteins by forming cross links, that is form covalent chemical bonds between them and provides mechanical strength. Next, ਹੁਣ ਜਿਹੜੇ ਸਟਰਕਚਰਲ ਪ੍ਰੋਟੀਨ ਹੈ they are not soluble, ਉਹਨਾਂ ਵਿੱਚ ਤਾਂ ਉਹਨਾਂ ਨੇ ਕ੍ਰੋਸ ਲਿੰਕਸ ਬਣਾ ਦਿੱਤੇ, ਪਰ ਜਿਹੜੇ ਸੋਲਿਊਬਲ ਪ੍ਰੋਟੀਨਸ ਹੈਗੇ ਆ ਸੈੱਲ ਦੇ ਅੰਦਰ ਉਹ ਕੀ ਹੁੰਦਾ ਹੈ ਇਹਨਾਂ ਜਿਹੜੇ ਕ੍ਰੋਸ ਲਿੰਕਸ ਦੇ ਵਿੱਚ ਫਸ ਜਾਂਦੇ ਹੈ ਤੇ ਹੋਰ ਜ਼ਿਆਦਾ ਜਿਹੜਾ ਹੈਗਾ ਸੈੱਲ ਨੂੰ ਰਿਜਿਡਿਟੀ ਫਰਮਨੈਸ ਜਿਹੜਾ ਪ੍ਰੋਵਾਈਡ ਕਰਦੇ ਹੈ. So soluble proteins are anchored to this cytoskeleton and provides additional rigidity to the tissue. For example is formalin. ਜਿਹੜਾ formalin ਹੈਗਾ ਉਹ cross linking ਕਰਦਾ structural proteins ਦੇ ਵਿੱਚ ਤੇ soluble proteins ਜਿਹੜੇ ਹੈਗੇ ਆ ਉਹ ਇਹਨਾਂ cross links ਦੇ ਵਿੱਚ ਫਸ ਜਾਂਦੇ ਆ ਤੇ ਹੋਰ rigidity ਜਿਹੜੀ ਹੈ tissue ਨੂੰ provide ਕਰਦੇ ਆ. So this is how cross linked are forms. So first is this is a protein having 3 polypeptide chains. ਜਦੋਂ ਇਹਦੇ ਵਿੱਚ fixative ਕੰਮ ਕਰਦਾ ਹੈ ਤਾਂ ਇਹਨਾਂ polypeptide chains ਦੇ ਵਿੱਚ chemical compound ਜੋ covalent bond ਜਿਹੜਾ ਹੈਗਾ ਉਹ ਬਣ ਜਾਂਦਾ ਹੈ ਜਿਹਦੇ ਨਾਲ ਕਿ ਇੱਕ meshwork ਬਣ ਜਾਂਦਾ ਹੈ ਤੇ soluble protein ਵੀ ਇਹਦੇ ਵਿੱਚ ਜਿਹੜੇ anchor ਹੋ ਜਾਂਦੇ ਆ ਤੇ stability provide ਕਰਦੇ ਆ tissue ਨੂੰ. So fixatives जो है वो proteins की precipitating भी करा देती है. So they act by reducing the solubility of protein molecules. Precipitation तो बात की है जेडे soluble proteins है वो insoluble हो जाते हैं. किवें हो जाते हैं? Because जेडी tertiary structure है proteins की, functional structure है proteins की, जिंदे करके कि वो soluble होते हैं. So उनके विच की hydrophobic interactions होती है protein दे polypeptide chains दे विच. So जो ये फिक्सेटिव्स है वो हाइड्रोफोबिक इंट्रैक्शंस ਨੂੰ ਖਤਮ ਕਰ ਦਿੰਦੇ हैं जिंदे करके कि प्रोटीन्स जो है insoluble हो जाता है. So it acts by reducing the solubility of protein molecules and may also disrupt the hydrophobic interactions that are the basis of tertiary structure of many proteins. So in the example है ethanol and methanol, that is alcohol fixatives ਜਿਹੜੇ ਹੈਗੇ they act by precipitating the proteins. Next is precautions for proper fixation. ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ proper fixation ਲਈ. The tissue should not have too much blood before putting it into fixative. So ਜਿਹੜਾ tissue ਨੂੰ ਤੁਸੀਂ fix ਕਰਨਾ ਚਾਹਦੇ ਹੋ ਉਹਦੇ ਵਿੱਚ ਬਹੁਤ ਜ਼ਿਆਦਾ blood ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਉਹਦੇ ਵਿੱਚ ਬਹੁਤ ਜ਼ਿਆਦਾ blood ਹੋਏਗਾ ਤਾਂ blood ਜਿਹੜਾ ਹੈਗਾ ਬਹੁਤ ਸਾਰੇ fixatives ਨਾਲ ਕਈ ਵਾਰੀ chemical reaction ਕਰ ਦਿੰਦਾ ਹੈ ਤੇ precipitates ਬਣਾ ਦਿੰਦਾ ਹੈ ਜਿੰਦੇ ਨਾਲ ਕਿ proper stain ਜਦੋਂ ਕਰਦੇ ਆ ਤਾਂ ਆਪਾਂ ਨੂੰ precipitates ਜਿਹੜੇ ਟਿਸ਼ੂ ਦੇ ਸਟਰਕਚਰ ਦੇ ਵਿੱਚ ਦਿਖਦੇ ਆ ਜੋ ਕਿ ਇੰਟਰਫੇਅਰ ਕਰਦੇ ਆ ਉਹਨੂੰ proper ਮਾਈਕਰੋਸਕੋਪ ਦੇ ਥੱਲੇ ਦੇਖਣ ਲਈ. ਸੋ ਬਹੁਤ ਜ਼ਿਆਦਾ ਬਲੱਡ ਜਿਹੜਾ ਹੈਗਾ ਟਿਸ਼ੂ ਦੇ ਵਿੱਚ ਨਹੀਂ ਹੋਣਾ ਚਾਹੀਦਾ ਉਹਨੂੰ ਫਿਕਸੇਟਿਵ ਦੇ ਵਿੱਚ ਪਾਉਣ ਤੋਂ ਪਹਿਲੇ. Tissue must be very thin, that is 3 to 5 millimeter thickness. So tissue ਜਿਹੜਾ ਹੈਗਾ ਬਹੁਤ thin ਹੋਣਾ ਚਾਹੀਦਾ ਹੈ 3 to 5 millimeter thickness ਦਾ ਹੋਣਾ ਚਾਹੀਦਾ ਹੈ. ਜੇ ਉਹ ਇਸ ਤੋਂ ਜ਼ਿਆਦਾ ਥਿਕ ਹੁੰਦਾ ਹੈ ਤਾਂ ਕਈ ਵਾਰੀ ਫਿਕਸੇਟਿਵ ਜਿਹੜਾ ਅੰਦਰ ਤੱਕ ਪੈਨੀਟ੍ਰੇਟ ਨਹੀਂ ਕਰ ਪਾਉਂਦਾ ਜਾਂ ਉਹਨੂੰ ਪੈਨੀਟ੍ਰੇਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ. ਸੋ ਟਿਸ਼ੂ ਦੀ ਜਿਹੜੀ ਥਿਕਨੈਸ ਹੈ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਹੈ. Amount of fixative should be 20 times more than the tissue for better penetration. ਜੇ ਅਗਰ ਟਿਸ਼ੂ ਦਾ ਜਿਹੜਾ ਸਾਈਜ਼ ਹੈ ਫਿਕਸੇਟਿਵ ਉਸ ਤੋਂ 20 ਟਾਈਮ ਜਿਹੜਾ ਹੈਗਾ ਜ਼ਿਆਦਾ ਹੋਣਾ ਚਾਹੀਦਾ ਹੈ ਤਾਂ ਹੀ ਫਿਕਸੇਟਿਵ ਜਿਹੜਾ ਉਹਦੇ ਤੇ ਪ੍ਰੋਪਰ ਪੈਨੀਟ੍ਰੇਟ ਉਹਦੇ ਅੰਦਰ ਜਿਹੜਾ ਜਾ ਸਕੇਗਾ. Tissue with fixative should be in a container with well fitted lid. ਸੋ ਜਿਹੜੇ ਟਿਸ਼ੂ ਨੂੰ ਤੁਸੀਂ ਕੰਟੇਨਰ 'ਚ ਪਾ ਕੇ ਰੱਖਿਆ ਫਿਕਸੇਟਿਵ ਪਾ ਕੇ ਉਸ ਕੰਟੇਨਰ ਦੀ ਜਿਹੜੀ ਲਿਡ ਹੈ ਉਹ ਪ੍ਰੋਪਰ ਫਿੱਟ ਹੋਣੀ ਚਾਹੀਦੀ ਹੈ ਕਿਉਂਕਿ ਕੁਝ ਫਿਕਸੇਟਿਵਸ ਜਿਹੜੇ ਹੈਗੇ ਵੈਪਰਾਈਜ਼ ਹੋ ਜਾਂਦੇ ਆ ਉਹਨਾਂ ਦੀ ਕੈਮੀਕਲ ਜਿਹੜੀ ਕੰਪੋਜੀਸ਼ਨ ਹੈ ਫਿਕਸੇਟਿਵ ਦੀ ਚੇਂਜ ਹੋ ਸਕਦੀ ਹੈ. ਸੋ ਤੁਸੀਂ ਉਹਨੂੰ ਇੱਕ ਪ੍ਰੋਪਰ ਕੰਟੇਨਰ ਦੇ ਵਿੱਚ ਪਾ ਕੇ ਲਿਡ ਨਾਲ ਪ੍ਰੋਪਰ ਕਵਰ ਕਰਕੇ ਰੱਖਣਾ ਚਾਹੀਦਾ ਹੈ. ਸੋ ਨੈਕਸਟ ਇਜ਼ ਕਲਾਸੀਫਿਕੇਸ਼ਨ ਆਫ ਫਿਕਸੇਟਿਵਸ ਕਿ ਜਿਹੜੇ ਫਿਕਸੇਟਿਵਸ ਹੈਗੇ ਆ ਉਹ ਕਿੰਨੇ ਤਰ੍ਹਾਂ ਦੇ ਡਿਪੈਂਡਿੰਗ ਅਪਨ ਕਿ ਉਹਨਾਂ ਦੀ ਕੈਮੀਕਲ ਕੰਪੋਜੀਸ਼ਨ ਕੀ ਹੈ ਫਿਕਸੇਟਿਵ ਦੇ ਅੰਦਰ ਕੈਮੀਕਲਸ ਕਿੰਨੇ ਹੈ. ਸੋ ਫਰਸਟ ਇਜ਼ ਸਿੰਪਲ ਫਿਕਸੇਟਿਵਸ. ਸਿੰਪਲ ਫਿਕਸੇਟਿਵਸ ਦੇ ਵਿੱਚ ਇੱਕ ਸਿੰਗਲ ਕੈਮੀਕਲ ਹੁੰਦਾ ਐਂਡ ਅਦਰਸ ਆਰ ਕੰਪਾਊਂਡ ਫਿਕਸੇਟਿਵਸ. ਇਸ ਦੇ ਵਿੱਚ ਦੋ ਜਾਂ ਉਸ ਤੋਂ ਜ਼ਿਆਦਾ ਫਿਕਸੇਟਿਵਸ ਮਿਕਸ ਕਰਕੇ ਪਾਏ ਜਾਂਦੇ ਆ ਤਾਂ ਕਿ ਜਿਹੜਾ ਉਹਨਾਂ ਦਾ ਇਫੈਕਟ ਹੈ ਸਾਰਿਆਂ ਦਾ ਇਕੱਠਾ ਆ ਸਕੇ.
So simple fixatives are made up of single chemical compound, and compound fixatives are made up of two or more fixatives are added together to obtain the optimal combined effect. Next is simple fixatives. So these are all are the simple fixatives. First is formaldehyde, which is used in the form of 10% formalin. Next is mercuric chloride, picric acid, acetone, ethyl alcohol, osmium tetroxide, potassium dichromate, acetic acid, and chromic acid. So first is 10% formalin. So it's the most common fixative. सब तो ज़्यादा जेड़ा है fixative use किया जाता है. It fixes and preserves the protein. ये proteins ਨੂੰ fix करता है ते preserve करता है. It is a cross-linking fixative. ये proteins ਦੇ ਵਿੱਚ covalent bond बना के structural proteins ਦੇ ਵਿੱਚ cells ਦੇ tissue ਦੇ ਉਹਨਾਂ ਦੇ ਅੰਦਰ cross-linking बनाता है. That means ਉਹਨਾਂ ਨੂੰ ਉਸ ਤਰੀਕੇ ਨਾਲ fix करता है. Its fixation time is 12 to 24 hours. So ਜਦੋਂ ਆਪਾਂ ਫਿਕਸੇਸ਼ਨ ਟਾਈਮ ਦੀ ਗੱਲ ਕਰਦੇ ਆ ਕਿ ਕਿੰਨੀ ਦੇਰ ਇਹਨੂੰ ਟਿਸ਼ੂ ਨੂੰ ਫਿਕਸ ਕਰਨ ਦੇ ਵਿੱਚ ਲੱਗਦੀ ਹੈ, that is at room temperature. ਜਿਹਨੂੰ ਆਪਾਂ room temperature ਤੇ ਰੱਖੀਏ ਤਾਂ 12 ਤੋਂ 24 ਘੰਟੇ ਦੇ ਵਿੱਚ ਟਿਸ਼ੂ ਨੂੰ ਫਿਕਸ ਕਰ ਦਿੰਦਾ. Now next is composition. Formalin 10% ਬਣਿਆ ਕਿਵੇਂ? So ਜੋ formaldehyde ਗੈਸ ਹੈ ਉਹ ਆਪਣੇ ਕੋਲ ਕਮਰਸ਼ੀਅਲੀ ਅਵੇਲੇਬਲ ਹੁੰਦੀ ਹੈ in 40% weight by volume solution ਦੇ ਵਿੱਚ. So actually it's a gas, but available किस form च अपने को solution form ਦੇ ਵਿੱਚ in water 40% ਜਿਹੜੀ ਉਹਦੇ ਵਿੱਚ gas ਹੈ and that is in 100 times of water, means volume of water ਦੇ ਵਿੱਚੋਂ ਅਗਰ gas ਦਾ weight ਦੇਖੀਏ that is 40%, and in this form it is called 100% formalin. So ਇਹ ਜਿਹੜੇ 40% weight by volume ਦੇ ਵਿੱਚ ਆਪਣੇ ਕੋਲ formaldehyde ਹੈ ਇਹਨੂੰ ਆਪਾਂ ਕੀ ਕਹਿੰਦੇ ਹਾਂ formalin. So this is 100% formalin solution. ਪਰ ਆਪਾਂ ਇਸ ਤੋਂ ਕੀ ਬਣਾਉਣਾ ਹੈ 10% ਦਾ formalin solution ਬਣਾਉਣਾ ਹੈ. So ਉਹ ਆਪਾਂ ਕਿਵੇਂ ਬਣਾਵਾਂਗੇ 100% formalin solution ਤੋਂ 10 ml ਨੂੰ ਆਪਾਂ distilled water ਜੋ ਕਿ 90 ml ਹੈ ਉਹਦੇ ਵਿੱਚ ਆਪਾਂ ਮਿਕਸ ਕਰਾਂਗੇ ਤਾਂ ਆਪਣਾ 10% formalin solution ਜੋ ਹੈ ਉਹ ਰੈਡੀ ਹੋ ਜਾਏਗਾ. Next are advantages of formalin. It is cheap. ये बहुत सस्ता है, easily available है, easy to prepare है, इन्हें बनाना बहुत easy है. There is no difficulty. किसी कोई pH नहीं set करना, कोई chemicals बहुत ज़्यादा नहीं है. Just जो commercial available formalin है क्या, उनके जो 10 ml लेके ते distilled water 90 ml add कर देना है. It penetrates tissue well. ये tissue के अंदर बहुत easily penetrate कर जाता है. Does not over hardens tissue. ਜਿਹੜਾ ਟਿਸ਼ੂ ਹੈ ਇਹਨੂੰ ਬਹੁਤ ਜ਼ਿਆਦਾ ਹਾਰਡ ਨਹੀਂ ਕਰਦਾ. ਲਿਪਿਡਸ ਆਰ ਆਲਸੋ ਵੈਲ ਪ੍ਰੀਜ਼ਰਵਡ. ਜਿਹੜਾ ਫਾਰਮਲਿਨ ਹੈ ਉਹਦੇ ਨਾਲ ਲਿਪਿਡਸ ਵੀ ਜੋ ਹੈ ਸੈੱਲ ਦੇ ਉਹ ਵੀ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਪ੍ਰੀਜ਼ਰਵ ਹੋ ਜਾਂਦੇ ਆ, ਖਰਾਬ ਨਹੀਂ ਹੁੰਦੇ. ਫੇਵਰ ਸਟੇਨਿੰਗ ਆਫ ਐਸਿਡਿਕ ਸਟਰਕਚਰਸ ਲਾਈਕ ਨਿਊਕਲੀਆਈ ਵਿਦ ਬੇਸਿਕ ਡਾਈਜ਼. ਸੋ ਜੇ ਬੇਸਿਕ ਡਾਈਜ਼ ਨਾਲ ਆਪਾਂ ਸਟੇਨ ਕਰਨਾ ਹੋਵੇ ਸੋ ਸੈੱਲ ਦੀਆਂ ਜਿਹੜੀਆਂ ਐਸਿਡਿਕ ਸਟਰਕਚਰਸ ਹੈ that is nucleus ਹੈ ਜਿਹਦੇ ਵਿੱਚ deoxyribonucleic acid ਹੈ. So these are the acidic structures. ਉਹਨਾਂ ਨੂੰ basic dye ਨਾਲ ਇਹ stain ਕਰਨ ਦੇ ਵਿੱਚ favor ਕਰਦਾ ਹੈ. Reduces effect of acid dyes on basic structures like cytoplasm. So acidic dyes ਦੇ ਨਾਲ basic structure ਨੂੰ stain ਕਰਨ ਲਈ ਇਹ ਉਹਦੇ ਇਫੈਕਟ ਨੂੰ reduce ਘਟਾ ਦਿੰਦਾ ਹੈ. Means basic acidic dyes ਜਿਹੜੀ ਹੈ ਉਹ basic structure ਨੂੰ ਘੱਟ stain ਕਰ ਸਕਦੀ ਹੈ like cytoplasm. Disadvantages. Formalin 10% formalin ਦੀਆਂ disadvantages ਕੀ ਹੈ? Its vapors are irritant to nose, eyes and the mucous membrane. So जो formalin है actually it's a gas. So ਇਹ ਬਹੁਤ ਜਲਦੀ vaporize ਹੋ ਜਾਂਦੀ ਹੈ, ਬਹੁਤ ਜਲਦੀ ਆਪਣੇ gas form ਦੇ ਵਿੱਚ ਆ ਜਾਂਦੀ ਹੈ ਜਿਹਦੇ ਨਾਲ ਕਿ ਤੁਹਾਡੇ eyes, nose ਨੂੰ ਤੇ mucous membranes ਨੂੰ irritate ਕਰਦੀ ਹੈ. If tissue kept in it for a longer time, unbuffered formalin is converted to formic acid. So अगर tissue ਨੂੰ ਆਪਾਂ ਬਹੁਤ ਦੇਰ ਤੱਕ formalin ਦੇ ਵਿੱਚ 10% formalin solution ਦੇ ਵਿੱਚ ਰੱਖਦੇ ਆ ਤਾਂ ਇਹ ਜਿਹੜਾ formalin ਹੈਗਾ ਇਹ with time ਕੀ ਹੈ formic acid ਦੇ ਵਿੱਚ convert ਹੋ ਜਾਂਦਾ ਹੈ. फिर जो formic acid है
ਉਹ ਟਿਸ਼ੂ ਦੇ ਅੰਦਰ ਅਗਰ ਹੀਮੋਗਲੋबिन ਪ੍ਰੈਜ਼ੈਂਟ ਹੈ ਉਹਦੇ ਨਾਲ ਰਿਐਕਟ ਕਰਦਾ ਹੈ ਤੇ ਐਸਿਡ ਫਾਰਮੈਲਡੀਹਾਈਡ ਹੈਮੇਟਿਨ ਬਣਾ ਦਿੰਦਾ ਹੈ ਜੋ ਕਿ ਇਨਸੋਲਿਊਬਲ ਬਲੈਕ ਫਾਰਮਲਿਨ ਪਿਗਮੈਂਟਸ ਹੈ। ਸੋ ਅੱਗੇ ਜੋ ਸਟੇਨਿੰਗ ਤੇ ਉਹਨੂੰ ਮਾਈਕਰੋਸਕੋਪ ਦੇ ਅੰਦਰ ਦੇਖਣ ਦੇ ਵਿੱਚ ਜੋ ਕਿ ਹੈ ਇੰਟਰਫੇਅਰ ਕਰਦੇ ਆ। ਸੋ ਆਪਾਂ ਜਦੋਂ ਵੀ ਇਹ ਅਨਬਫਰਡ ਫਾਰਮਲਿਨ ਨੂੰ ਜ਼ਿਆਦਾ ਦੇਰ ਤੱਕ ਰੱਖਦੇ ਆ ਉਹ ਫੋਰਮਿਕ ਐਸਿਡ ਬਣਾ ਦਿੰਦੀ ਹੈ। ਫੋਰਮਿਕ ਐਸਿਡ ਦੇ ਵਿੱਚ ਜਦੋਂ ਟਿਸ਼ੂ ਦਾ ਹੀਮੋਗਲੋबिन ਰਿਐਕਟ ਕਰਦਾ ਹੈ ਤਾਂ ਐਸਿਡ ਫਾਰਮੈਲਡੀਹਾਈਡ ਹੈਮੇਟਿਨ ਬਣ ਜਾਂਦਾ ਹੈ ਜੋ ਕਿ ਇਨਸੋਲਿਊਬਲ ਬਲੈਕ ਫਾਰਮਲਿਨ ਪਿਗਮੈਂਟਸ ਹੈਗੇ ਆ। ਛੋਟੇ ਛੋਟੇ ਬਲੈਕ ਕਲਰ ਦੇ ਪਿਗਮੈਂਟਸ ਹੈ ਜੋ ਟਿਸ਼ੂ ਦੇ ਅੰਦਰ ਬਣ ਜਾਂਦੇ ਆ ਜੋ ਕਿ ਅੱਗੇ ਉਹਦੀ ਮਾਈਕਰੋਸਕੋਪਿਕ ਸਟੱਡੀ ਲਈ ਠੀਕ ਨਹੀਂ ਹੈ। So how to remove these insoluble black formalin pigments? So ਕਿਵੇਂ remove ਕੀਤੇ ਜਾਂਦੇ ਆ ਅਗਰ ਇਹ ਬਣ ਜਾਂਦੇ ਆ 10% formalin solution ਦੇ ਨਾਲ? So after deparaffинization ਜਿਹੜੇ sections ਹੈਗੇ ਆ ਉਹਨਾਂ ਨੂੰ xylene solution ਦੇ ਵਿੱਚ ਰੱਖਿਆ ਜਾਂਦਾ ਹੈ। ਫਿਰ ਉਹਨਾਂ ਨੂੰ ਉਸ ਤੋਂ ਬਾਅਦ alcohol solution ਦੇ ਵਿੱਚ ਰੱਖਿਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਉਹਨੂੰ running water ਦੇ ਨਾਲ wash ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਹਨੂੰ ਅਮੋਨੀਅਮ ਹਾਈਡਰੋਕਸਾਈਡ ਦੇ 2 ml ਤੇ ਅਲਕੋਹਲ ਜਿੰਦੇ ਵਿੱਚ ਕਿ 70% ਹੋਵੇ 100 ml ਸੋਲੂਸ਼ਨ ਇਹਨਾਂ ਨੂੰ ਮਿਕਸ ਕਰਕੇ ਇੱਕ ਸੋਲੂਸ਼ਨ ਬਣਾਇਆ ਜਾਂਦਾ ਉਹਦੇ ਵਿੱਚ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਉਹਨੂੰ ਟੈਪ ਵਾਟਰ ਦੇ ਵਿੱਚ ਰਨਿੰਗ ਟੈਪ ਵਾਟਰ ਦੇ ਵਿੱਚ ਵਾਸ਼ ਕੀਤਾ ਜਾਂਦਾ ਹੈ ਤਾਂ ਕਿ ਜੋ ਅਮੋਨੀਅਮ ਹਾਈਡਰੋਕਸਾਈਡ ਤੋਂ ਉਹਦੇ ਵਿੱਚ ਅਮੋਨੀਆ ਐਡ ਹੋ ਗਿਆ ਉਹ ਰਿਮੂਵ ਹੋ ਜਾਏ ਤੇ ਉਸ ਤੋਂ ਬਾਅਦ ਉਹਨੂੰ ਸਟੇਨ ਕੀਤਾ ਜਾਂਦਾ ਹੈ। ਸੋ ਇਹ ਜੋ ਬਲੈਕ ਪਿਗਮੈਂਟਸ ਬਣਦੇ ਹੈ ਇਹ ਨਾ ਬਣਨ ਇਸ ਦੇ ਲਈ 10% ਫਾਰਮਲਿਨ ਸੋਲੂਸ਼ਨ ਦੀ ਜਗ੍ਹਾ ਤੇ 10% ਬਫਰਡ ਫਾਰਮਲਿਨ ਜੋ ਹੈ ਯੂਜ਼ ਕੀਤਾ ਜਾਂਦਾ ਹੈ। ਇਹਦੇ ਵਿੱਚ ਕੀ ਹੈ ਕਿ ਇੱਕ ਜਿਹੜਾ ਫਾਸਫੇਟ ਬਫਰ ਹੈ ਉਹ ਐਡ ਕੀਤਾ ਜਾਂਦਾ ਹੈ ਜੋ ਕਿ ਇਹਦੇ ਵਿੱਚ ਕੈਮੀਕਲ ਜਿਹੜੀਆਂ ਚੇਂਜਸ ਲਿਆਉਂਦਾ ਹੈ ਜਿਸ ਕਰਕੇ ਕਿ ਜਿਹੜੇ ਪ੍ਰੈਸਿਪੀਟੇਟਸ ਹੈਗੇ ਆ ਉਹ ਨਹੀਂ ਬਣਦੇ। ਸੋ ਫਾਰਮੈਲਡੀਹਾਈਡ ਇਹਦੇ ਵਿੱਚ 10 ml ਯੂਜ਼ ਹੁੰਦਾ ਹੈ। sodium dihydrogen phosphate 0.4 grams, disodium hydrogen phosphate 0.65 grams and distilled water ਜਿਹੜਾ 90 ml use ਕੀਤਾ ਜਾਂਦਾ ਹੈ। So the advantage ਇਹ ਹੈ ਕਿ it prevents the formation of black formalin pigments. Next is mercury chloride. So mercury chloride ਜਿਹੜਾ ਹੈ protein precipitant ਹੈ means ਇਹ soluble proteins ਨੂੰ insoluble ਬਣਾ ਦਿੰਦਾ ਹੈ ਤੇ ਉਹਨਾਂ ਦੇ precipitates ਬਣਾ ਦਿੰਦਾ ਹੈ। ਸੋ ਇਹਦੇ ਵਿੱਚ ਕੀ ਹੁੰਦਾ ਹੈ ਪ੍ਰੋਟੀਨਸ ਦੀ ਜਿਹੜੀ ਟਰਸ਼ਰੀ ਸਟਰਕਚਰ ਹੈ ਉਹਦੇ ਵਿੱਚ ਜਿਹੜੀਆਂ ਹਾਈਡਰੋਫੋਬਿਕ ਇੰਟਰੈਕਸ਼ਨਸ ਹੈ ਉਹ ਖਤਮ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਿ ਉਹ soluble ਨਹੀਂ ਰਹਿੰਦਾ। Next is composition. Saturated aqueous solution of 5 to 7% of mercury chloride is used. So saturated solution means ਵਾਟਰ ਦੇ ਵਿੱਚ ਮਰਕਿਊਰੀ ਕਲੋਰਾਈਡ ਨੂੰ ਉਨੀ ਦੇਰ ਤੱਕ ਘੋਲਿਆ ਜਾਂਦਾ ਹੈ ਜਦੋਂ ਤੱਕ ਕਿ ਉਹ ਘੁਲਣਾ ਬੰਦ ਨਹੀਂ ਹੋ ਜਾਂਦਾ ਜੋ ਕਿ ਯੂਜੂਅਲੀ 5 to 7% ਜਿਹੜਾ ਹੈਗਾ ਮਰਕਿਊਰਿਕ ਜਿਹੜਾ ਹੈਗਾ ਕਲੋਰਾਈਡ ਪਾਇਆ ਜਾਂਦਾ ਹੈ ਇੱਕ ਸੋਲੂਸ਼ਨ ਦੇ ਵਿੱਚ ਜਿਸ ਤੋਂ ਬਾਅਦ ਕਿ ਉਹ ਘੁਲਣਾ ਬੰਦ ਹੋ ਜਾਂਦਾ ਹੈ ਤੇ ਉਹ ਕੀ ਬਣ ਜਾਂਦਾ ਇੱਕ ਸੈਚੂਰੇਟਡ ਐਕਵਸ ਸੋਲੂਸ਼ਨ ਆਫ 5 to 7% of mercuric chloride. And the advantages ਕੀ ਹੈ it penetrates and hardens tissue rapidly and well. ਇਹ tissue ਦੇ ਅੰਦਰ ਤੱਕ ਬਹੁਤ easily ਚਲਾ ਜਾਂਦਾ ਹੈ tissue ਨੂੰ harden ਕਰ ਦਿੰਦਾ ਹੈ ਤੇ ਬਹੁਤ ਜਲਦੀ penetrate ਕਰਦਾ ਹੈ tissue ਦੇ ਅੰਦਰ। Nuclear components are shown in fine details. ਜੋ nuclear components ਹੈਗੇ ਹੈ ਸੈੱਲ ਦੇ ਉਹਨਾਂ ਨੂੰ ਇਹ ਬਹੁਤ ਅੱਛੀ ਹੁੰਦੀ ਹੈ ਡਿਟੇਲਸ ਜਿਹੜੀਆਂ ਮਾਈਕਰੋਸਕੋਪਿਕਲੀ ਦੇਖਣ ਨੂੰ ਮਿਲਦੀਆਂ ਅਗਰ ਉਹਨੂੰ ਆਪਾਂ ਮਰਕਿਊਰੀ ਕਲੋਰਾਈਡ ਦੇ ਵਿੱਚ ਫਿਕਸ ਕਰਦੇ ਹਾਂ ਤਾਂ। Greater affinity to acid dyes and is preferred from formaldehyde for cytoplasmic staining. So ਜਦੋਂ ਵੀ ਆਪਾਂ ਐਸਿਡ ਡਾਈ ਦੇ ਨਾਲ ਸਟੇਨ ਕਰਨਾ ਹੈ ਟਿਸ਼ੂ ਨੂੰ ਤੇ ਆ ਸਾਈਟੋਪਲਾਜ਼ਮ ਦੀ ਸਟਰਕਚਰ ਕਲੀਅਰਲੀ ਦੇਖਣੀ ਹੈ ਤਾਂ ਮਰਕਿਊਰੀ ਕਲੋਰਾਈਡ ਨੂੰ ਪ੍ਰੈਫਰ ਕੀਤਾ ਜਾਂਦਾ ਹੈ ਫਾਰਮੈਲਡੀਹਾਈਡ ਦੇ ਨਾਲ। Excellent for trichrome staining. Trichrome staining ਇੱਕ स्टेनिंग प्रोसीजर है जो कि आप अगले लेक्चर्स पढ़ांगे। सो ट्राइक्रोम स्टेनिंग दे नाल स्टेन करने ਲਈ टिश्यू ਨੂੰ ਮਰਕਿਊਰੀ ਕਲੋਰਾਈਡ ਜਿਹੜਾ ਇੱਕ ਬਹੁਤ ਵਧੀਆ ਫਿਕਸੇਟਿਵ ਹੈ। permits brilliant metachromatic staining of cells. ਸੋ ਨੈਕਸਟ ਆਪਾਂ ਸਟੇਨਿੰਗ ਦੇ ਵਿੱਚ ਪੜਾਂਗੇ ਵਾਟ ਇਜ਼ ਮੈਟਾਕ੍ਰੋਮੈਟਿਕ ਸਟੇਨਿੰਗ। ਉਹਦੇ ਵਾਸਤੇ ਵੀ ਜੋ ਹੈ ਮਰਕਿਊਰੀ ਕਲੋਰਾਈਡ ਹੈ ਬਹੁਤ ਵਧੀਆ ਸਟੇਨਿੰਗ ਕਰਾਉਂਦਾ ਹੈ। Fixative of choice for preservation of cell details in tissue photography. So अगर आप tissues की photography करनी है तो
ਉਹਨਾਂ ਦੀ ਆਪਾਂ ਬਾਅਦ ਚੋਂ ਕਿਸੇ ਵੀ ਰਿਸਰਚ ਪ੍ਰੋਸੈਸ ਦੇ ਵਾਸਤੇ ਉਹਨਾਂ ਦੀ ਫੋਟੋਗ੍ਰਾਫੀ ਕਰਕੇ ਰੱਖਣੀ ਹੈ ਤਾਂ ਜਿਹੜੇ ਫਿਕਸੇਟਿਵ ਹੈਗਾ ਮਰਕਿਊਰੀ ਕਲੋਰਾਈਡ ਹੈ ਇਹ ਸਟਰਕਚਰਸ ਨੂੰ ਸੈੱਲ ਦੀ ਸਟਰਕਚਰਸ ਨੂੰ ਬਹੁਤ ਕਲੀਅਰਲੀ ਦਿਖਾਉਂਦਾ ਹੈ ਫੋਟੋਗ੍ਰਾਫੀ ਕਰਨ ਵਾਸਤੇ ਔਰ ਬਹੁਤ ਅੱਛੇ ਤਰੀਕੇ ਨਾਲ ਪ੍ਰੀਜ਼ਰਵ ਕਰਦਾ ਹੈ recommended for renal tissue अगर renal tissue ਨੂੰ ਫਿਕਸ ਕਰਨਾ ਹੋਵੇ ਤਾਂ mercury chloride ਯੂਜ਼ ਕੀਤਾ ਜਾਂਦਾ ਹੈ fibrin connective tissues and muscles ਸੋ ਇਹਨਾਂ ਸਾਰਿਆਂ ਵਾਸਤੇ ਜਿਹੜਾ ਫਿਕਸੇਟਿਵ ਆਫ ਚੋਇਸ ਹੈ recommended ਫਿਕਸੇਟਿਵ ਹੈ ਉਹ mercury chloride disadvantages causes great shrinkage of tissues ਸੋ ਟਿਸ਼ੂਜ਼ ਦੇ ਜਿਹੜੇ ਸੈਲਸ ਹੈਗੇ ਆ ਟਿਸ਼ੂ ਨੇ ਬਹੁਤ ਜ਼ਿਆਦਾ ਕੀ ਹੈ ਸ਼ਰਿੰਕ ਕਰ ਦਿੰਦਾ mercury chloride ਸੋ ਇਟ ਇਜ਼ ਐਨ intolerant fixative ਸੋ ਟਿਸ਼ੂਜ਼ ਜਿਹੜੇ ਇਹਨੂੰ ਬਹੁਤ ਜ਼ਿਆਦਾ ਦੇਰ ਤੱਕ ਟੋਲਰੇਟ ਨਹੀਂ ਕਰ ਸਕਦੇ ਇਹਨੂੰ intolerant fixative ਵੀ ਕਿਹਾ ਜਾਂਦਾ ਹੈ it hardens tissue if kept longer making cutting thin sections difficult ਅਗਰ ਟਿਸ਼ੂਜ਼ ਨੂੰ ਇਹਦੇ ਵਿੱਚ ਬਹੁਤ ਦੇਰ ਤੱਕ ਰੱਖ ਦਿੱਤਾ ਜਾਏ ਤਾਂ ਟਿਸ਼ੂਜ਼ ਨੇ ਬਹੁਤ ਜ਼ਿਆਦਾ ਹਾਰਡ ਕਰ ਦਿੰਦਾ ਹੈ ਜਿਸ ਕਰਕੇ ਕਿ ਉਸ ਤੋਂ ਬਾਅਦ thin sections ਨਹੀਂ ਕੱਟੇ ਜਾ ਸਕਦੇ it gives brown to black color to the tissues which needs to be removed by treatment with Lugol's iodine during dehydration. So एक भी black color ਦੇ pigments ਜਿਹੜੇ ਹੈਗੇ black color ਕਰ ਦਿੰਦਾ ਹੈ tissue ਨੂੰ mercury chloride ਜਿਹਨੂੰ ਕਿ ਆਪਾਂ ਨੂੰ remove ਕਰਨਾ ਪੈਂਦਾ ਹੈ by iodine during dehydration ਤਾਂ ਕਿ staining ਦੇ ਵਿੱਚ ਇਹ ਜਿਹੜਾ black brown color ਹੈ ਇਹ interfere ਨਾ ਕਰੇ mercury chloride is also poisonous mercury ਜਿਹੜਾ poisonous ਹੁੰਦਾ ਹੈ so mercury chloride ਨੂੰ ਜਦੋਂ ਵੀ ਤੁਸੀਂ use ਕਰਨਾ ਹੈ ਬਹੁਤ ਧਿਆਨ ਨਾਲ use ਕਰਨਾ ਹੈ it is corrosive to metals ਇਹਨੂੰ ਆਪਾਂ ਕਿਸੇ ਵੀ ਮੈਟਲ ਕੰਟੇਨਰ ਦੇ ਵਿੱਚ ਪਾ ਕੇ ਨਹੀਂ ਰੱਖ ਸਕਦੇ ਕਿਉਂਕਿ ਇਹ ਉਹਨੂੰ ਕੀ ਹੈ ਖਰਾਬ ਕਰ ਦੇਗਾ ਮੈਟਲਸ ਦੇ ਨਾਲ ਇਹ ਰਿਐਕਟ ਕਰਦਾ ਹੈ ਉਹਨੂੰ ਜੰਗ ਲਗਾ ਸਕਦਾ ਹੈ next is picric acid so it precipitates proteins by combining with them to form protein picrates so ਜਦੋਂ ਵੀ picric acid proteins ਦੇ ਨਾਲ ਰਿਐਕਟ ਕਰਦਾ ਹੈ ਤਾਂ protein picrates ਬਣ ਜਾਂਦੇ ਹੈ these protein picrates are soluble in water so ਜਿਹੜੇ protein picrates ਹੈਗੇ ਹੈ ਇਹ water soluble ਹੈ so must be treated with alcohol that is ਉਹਨਾਂ ਦੀ dehydration ਕਰ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਉਹਨੂੰ ਅਗਰ ਆਪਾਂ ਕਿਸੇ ਵਾਟਰ ਨਾਲ ਵਾਸ਼ ਕਰਦੇ ਆ ਤਾਂ ਇਹ picrates ਜਿਹੜੇ ਹੈ ਟਿਸ਼ੂ ਦੇ ਵਿੱਚੋਂ ਰਿਮੂਵ ਨਾ ਹੋ ਜਾਣ ਸੋ ਜਦੋਂ ਹੀ ਉਹਨੂੰ ਆਪਾਂ picric acid ਦੇ ਵਿੱਚ ਪਾ ਕੇ ਟਿਸ਼ੂ ਨੂੰ ਫਿਕਸ ਕੀਤਾ ਉਸ ਤੋਂ ਬਾਅਦ ਉਹਨੂੰ ਐਲਕੋਹਲ ਦੇ ਵਿੱਚ ਪਾ ਕੇ ਡੀਹਾਈਡਰੇਟ ਕਰ ਦੇਣਾ ਚਾਹੀਦਾ ਹੈ ਤਾਂ ਕਿ ਅੱਗੇ ਅਗਰ ਉਹਨੂੰ ਤੁਸੀਂ ਕਿਸੇ ਵਾਟਰ ਦੇ ਨਾਲ ਉਹਨੂੰ ਟ੍ਰੀਟ ਕਰਨਾ ਹੈਗਾ ਟਿਸ਼ੂ ਨੂੰ ਤਾਂ ਇਹ ਜਿਹੜੇ ਪਿਕਰੇਟ ਹੈ ਵਾਟਰ ਸੋਲੂਬਲ ਹੋਣ ਦੇ ਕਾਰਨ ਰਿਮੂਵ ਹੀ ਨਾ ਹੋ ਜਾਏ so picrites are water soluble so must be treated with alcohol that is during dehydration honi chahiye ਇਹਨਾਂ ਦੀ before further processing where the tissue comes into contact with water and the composition है that is saturated aqueous solution of 1% is used so picric acid ਦਾ ਜਿਹੜਾ saturated solution use ਕੀਤਾ ਜਾਂਦਾ ਉਹ 1% use ਕੀਤਾ ਜਾਂਦਾ advantages fixative of choice for glycogen so it's a good fixative for glycogen penetrates tissue well and fixes small tissues rapidly अगर कोई बहुत छोटा टिश्यू फिक्स करना है ਤਾਂ ਪਿਕਰਿਕ ਐਸਿਡ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਇਹ ਉਹਦੇ ਅੰਦਰ ਬਹੁਤ ਈਜ਼ੀਲੀ ਪੈਨੀਟ੍ਰੇਟ ਕਰ ਦੇਗਾ ਔਰ ਬਹੁਤ ਜਲਦੀ ਉਹਨੂੰ ਫਿਕਸ ਕਰ ਦੇਗਾ having a strong affinity for acid dyes used for trichrome staining so trichrome stain ਦੇ ਵਿੱਚ ਜਿਹੜੀਆਂ acid dyes ਯੂਜ਼ ਕੀਤੀਆਂ ਜਾਂਦੀਆਂ ਉਹਨਾਂ ਦੇ ਵਾਸਤੇ ਪਿਕਰਿਕ ਐਸਿਡ ਦੀ ਜੋ affinity ਹੈ ਬਹੁਤ ਜ਼ਿਆਦਾ ਹੈ ਇਹ ਉਹਨਾਂ ਡਾਈਜ਼ ਨਾਲ ਟਿਸ਼ੂ ਨੂੰ ਸਟੇਨ ਕਰਨ ਦੇ ਵਿੱਚ ਹੈਲਪ ਕਰਦਾ ਹੈ next is disadvantages causes shrinkage because it's an acid it changes the structure of the tissue ਉਹਨੂੰ ਜਿਹੜਾ ਇਹ shrink ਕਰਾ ਦਿੰਦਾ ਹੈ ਸਾਈਜ਼ ਜਿਹੜਾ ਛੋਟਾ ਕਰਾ ਦਿੰਦਾ ਹੈ ਸੈਲਸ ਦਾ not suitable for frozen section as they disintegrate when cut so ਜਿਹੜੇ frozen sections ਹੈ ਅਗਰ ਉਹਨੂੰ ਆਪਾਂ ਪਿਕਰਿਕ ਐਸਿਡ ਦੇ ਨਾਲ ਫਿਕਸ ਕਰਦੇ ਆ ਤਾਂ ਉਹਨੂੰ ਆਪਾਂ ਉਹਦੀ ਸੈਕਸ਼ਨ ਕਟਿੰਗ ਈਜ਼ੀਲੀ ਨਹੀਂ ਕਰ ਸਕਦੇ ਔਰ ਡਿਸਇੰਟੀਗ੍ਰੇਟ ਹੋ ਜਾਂਦੇ ਆ ਟੁੱਟ ਜਾਂਦੇ ਆ when treated with picric acid prolonged fixation makes tissue hard and brittle बहुत ज़्यादा देर तक अगर ਆਪਾਂ ਟਿਸ਼ੂ ਨੂੰ ਪਿਕਰਿਕ ਐਸਿਡ ਦੇ ਵਿੱਚ ਪਾ ਕੇ ਰੱਖਦੇ ਆ ਤਾਂ ਟਿਸ਼ੂ ਨੂੰ ਓਵਰ ਹਾਰਡ ਕਰ ਦਿੰਦਾ ਹੈ ਜਿੰਦੇ ਨਾਲ ਕਿ ਉਹ ਡਰਾਈ ਬਹੁਤ ਜ਼ਿਆਦਾ ਹੋ ਜਾਂਦੇ ਤੇ ਬ੍ਰਿਟਲ ਹੋ ਜਾਂਦੇ ਆ ਟੁੱਟ ਸਕਦੇ ਆ tissue should not be allowed to remain in fluid for more than 12 to 24 hours depending upon the size
सो अगर टिशू का साइज थोड़ा थिक है तो तुसी उन्होंने 24 आवर्स तक पिक्रिक एसिड दे विच रख सकते हो, पर अगर टिशू थोड़ा थिन है तो 12 आवर्स ही सफिशिएंट है। उस तो ज़्यादा अगर जो तुसी उन्होंने पिक्रिक एसिड दे विच रखोगे तो पिक्रिक एसिड उन्होंने जेड़ा हार्ड कर देगा ते ब्रिटल कर देगा। इट गिव्स येलो कलर टू द टिशू। सो जेड़ा पिक्रिक एसिड है उनका खुद का कलर एक हुंदा येलो कलर का एक केमिकल है। सो ये टिशू ਨੂੰ ਵੀ ਜਿਹੜਾ येलो कलर प्रोवाइड कर ਦਿੰਦਾ है, जिस दे नाल कि अगलियां स्टेनिंग्स ਜਦੋਂ ਆਪਾਂ ਕਰਦੇ ਹਾਂ ਸਟੇਨਸ ਨੂੰ ਪਿਕਰਿਕ ਐਸਿਡ ਟ੍ਰੀਟਡ ਟਿਸ਼ੂ ਦੀ, ਤਾਂ ਉਹ ਸਟੇਨਸ ਦੇ ਵਿੱਚ ਜਿਹੜਾ ਇੰਟਰਫੇਅਰ ਕਰਦਾ ਹੈ येलो कलर। सो इट शुड बी रिमूव्ड बिफोर स्टेनिंग। So it is removed by placing tissue in 70% ethanol and then in 5% sodium thiosulfate and then washing in running water। So tissue ਨੂੰ ਪਿਕਰਿਕ ਐਸਿਡ ਦੇ ਵਿੱਚ ਫਿਕਸ ਕਰਨ ਤੋਂ ਬਾਅਦ ਉਹਨੂੰ 70% ਇਥੇਨੋਲ ਦੇ ਵਿੱਚ ਰੱਖਿਆ ਜਾਂਦਾ ਹੈ, फिर टिशू ਨੂੰ 5% सोडियम थायोसल्फेट ਦੇ ਵਿੱਚ ਰੱਖਿਆ ਜਾਂਦਾ ਹੈ, ਉਸ ਤੋਂ ਬਾਅਦ ਉਹਨੂੰ ਰਨਿੰਗ ਟੈਪ ਵਾਟਰ ਦੇ ਵਿੱਚ ਵਾਸ਼ ਕੀਤਾ ਜਾਂਦਾ ਹੈ। ਇਟ ਇਜ਼ ਹਾਈਲੀ ਐਕਸਪਲੋਸਿਵ ਵੈਨ ਡਰਾਈ। ਸੋ ਪਿਕਰਿਕ ਐਸਿਡ ਜਿਹੜਾ ਹੈ ਜਦੋਂ ਡਰਾਈ ਫਾਰਮ ਪਾਊਡਰਡ ਫਾਰਮ ਦੇ ਵਿੱਚ ਹੁੰਦਾ ਹੈ, ਇਟਸ ਐਨ ਐਕਸਪਲੋਸਿਵ, ਇਹ ज्वलनशील है, एक्सप्लोड कर सकता है एंड देयरफॉर मस्ट बी केप्ट मॉइस्ट। ਤਾਂ ਇਹਨੂੰ ਕੀ ਹੈ ਗਿੱਲਾ ਰੱਖਣਾ ਚਾਹੀਦਾ ਹੈ ਵਿਦ ਡਿਸਟਿਲਡ ਵਾਟਰ ਔਰ ਸੈਚੂਰੇਟਡ ਅਲਕੋਹਲ। ਸੋ ਇਹਨੂੰ ਜਾਂ ਤਾਂ ਡਿਸਟਿਲਡ ਵਾਟਰ ਦੇ ਨਾਲ ਮੋਇਸਟ ਰੱਖਣਾ ਚਾਹੀਦਾ ਹੈ ਜਾਂ ਸੈਚੂਰੇਟਡ ਅਲਕੋਹਲ ਦੇ ਵਿੱਚ ਰੱਖਣਾ ਚਾਹੀਦਾ ਹੈ ਜਿੰਦਾ ਕਿ ਕੰਸੈਂਟ੍ਰੇਸ਼ਨ ਕਿੰਨੀ ਹੋਏ 0.5 to 1% concentration। It alters and dissolves lipids, so it is not good for the fixation of lipids। ਇਹ lipids ਨੂੰ ਦੀ structure ਨੂੰ ਖਰਾਬ ਕਰ ਦਿੰਦਾ ਹੈ ਜਾਂ lipids ਨੂੰ dissolve ਕਰ ਦਿੰਦਾ ਹੈ। Interferes with azer eosin staining, so tissues should thoroughly washed with alcohol before staining। सो अगर तुसी टिशू ਨੂੰ ਐਜ਼ਰ ਈਓਸਿਨ ਦੇ ਨਾਲ ਸਟੇਨ ਕਰਨਾ ਹੈ ਤਾਂ ਉਸ ਤੋਂ ਪਹਿਲੇ टिशू ਨੂੰ ਚੰਗੀ ਤਰ੍ਹਾਂ ਅਗਰ ਉਹਦੇ ਅੰਦਰ ਪਿਕਰਿਕ ਐਸਿਡ ਹੈ ਤਾਂ ਉਹਨੂੰ ਅਲਕੋਹਲ ਦੇ ਨਾਲ ਵਾਸ਼ ਕਰ ਲੈਣਾ ਚਾਹੀਦਾ ਹੈ ਤਾਂ ਕਿ ਪਿਕਰਿਕ ਐਸਿਡ ਜਿਹੜਾ ਉਹਦੇ ਚੋਂ ਰਿਮੂਵ ਹੋ ਜਾਏ ਤਾਂ ਕਿ ਉਹਨੂੰ ਐਜ਼ਰ ਈਓਸਿਨ ਦੇ ਨਾਲ ਸਟੇਨ ਕੀਤਾ ਜਾ ਸਕੇ। ਨੈਕਸਟ ਇਜ਼ ਐਸੀਟੋਨ। इट coagulates protein। सो एक ही है ये भी प्रोटीन को insoluble बना देता है, उन्हें coagulates बना देता है। and the advantage की है it is used for the study of enzymes especially phosphatases and lipases। ये दो enzymes की study वास्ते जड़ा acetone fixative है वो use किया जाता है। fixing brain tissue for diagnosis of rabies। so rabies की diagnosis वास्ते brain tissue ਨੂੰ fix करन दे विच acetone जो है use किया जाता है। Disadvantages: glycogen is not well preserved। एसीटोन ਜਿਹੜਾ ਹੈਗਾ glycogen ਨੂੰ अच्छे तरीके ਨਾਲ preserve नहीं करता। सो glycogen ਨੂੰ अगर ਤੁਸੀਂ fix करना है preserve करना है तो एसीटोन use नहीं करना चाहिए। causes shrinkage of the cells। एसीटोन ਜਿਹੜਾ ਹੈਗਾ cells ਦੀ shrinkage करा देता है। so it's also not a good quality। over hardens the tissue if kept for longer time। एसीटोन जो है टिशू ਨੂੰ बहुत ज़्यादा हार्ड कर देता है जो ਉਹਦੇ ਵਿੱਚ ਆਪਾਂ लंबे टाइम तक टिशू ਨੂੰ ਪਾ ਕੇ ਰੱਖੀਏ। इट evaporates readily, मीन्स एसीटोन ਜਿਹੜਾ ਹੈਗਾ बहुत जल्दी वैपोराइज हो जाता है, बहुत जल्दी हवा ਦੇ ਵਿੱਚ गैसियस फॉर्म ਦੇ ਵਿੱਚ आ जाता है। सो इट इज also not a good fixative। next is ethyl alcohol or ethanol। so it reduces the solubility of protein molecules by denaturing। ਇਹ ਪ੍ਰੋਟੀਨਸ ਦੀ ਟਰਸ਼ਰੀ ਸਟਰਕਚਰ ਨੂੰ ਹਾਈਡਰੋਜਨ ਬੌਂਡਸ ਹੁੰਦੇ ਆ ਟਰਸ਼ਰੀ ਸਟਰਕਚਰ ਦੇ ਵਿੱਚ ਉਹਨਾਂ ਨੂੰ ਖਤਮ ਕਰਕੇ ਪ੍ਰੋਟੀਨ ਨੂੰ ਡੀਨੇਚਰ ਕਰ ਦਿੰਦਾ ਹੈ। ਮੀਨਸ ਪ੍ਰੋਟੀਨ ਜਿਹੜਾ ਹੈਗਾ ਆਪਣੀ ਉਸ ਕਨਫੀਗਰੇਸ਼ਨ ਸ਼ੇਪ 'ਚ ਨਹੀਂ ਰਹਿੰਦਾ ਜਿੰਦੇ ਵਿੱਚ ਉਹ ਫੰਕਸ਼ਨਲੀ ਐਕਟਿਵ ਹੁੰਦਾ। ਸੋ ਪ੍ਰੋਟੀਨ ਬਿਕਮਸ ਇਨਐਕਟਿਵ ਤੇ ਜਿਹੜੀ ਸੋਲਿਬਿਲਿਟੀ ਹੈਗੀ ਪ੍ਰੋਟੀਨਸ ਦੀ ਉਹ ਵੀ ਖਤਮ ਹੋ ਜਾਂਦੀ ਹੈ ਹਾਈਡਰੋਜਨ ਬੌਂਡਸ ਟੁੱਟਣ ਨਾਲ ਤੇ ਪ੍ਰੋਟੀਨ ਜਿਹੜਾ ਹੈਗਾ ਪ੍ਰੈਸਿਪੀਟੇਟ ਵੀ ਕਰ ਸਕਦਾ। So it reduces the solubility of protein molecules by denaturing and disrupting hydrogen and other bonds। what is the composition? जो ethyl alcohol है वो 70 to 80% concentration ਦੇ ਵਿੱਚ use ਕੀਤੀ ਜਾਂਦੀ ਹੈ। अगर 70% तो घट concentration ਦੇ ਵਿੱਚ ਆਪਾਂ ethyl alcohol use ਕਰਦੇ ਹਾਂ तो cells ਨੂੰ ਤੋੜ ਸਕਦੀ ਹੈ, उनकी ਜਿਹੜੀ membrane है ਉਹਨੂੰ break down कर सकती है। so concentration of 70 to 100% of ethyl alcohols are used as fixatives and less concentrated solution produce lysis of the cell। advantages: it is cheap। so ਜਿਹੜੀ ethyl alcohol है ये one of the ਜਿਹੜਾ ਸਸਤਾ ਹੈਗਾ fixative है
इट्स रैपिड पेनीट्रेटिंग ਜਿਹੜੀ ਇਥਾਈਲ ਅਲਕੋਹਲ ਹੈ ਟਿਸ਼ੂ ਦੇ ਵਿੱਚ ਬਹੁਤ ਜਲਦੀ ਪੈਨੀਟ੍ਰੇਟ ਕਰ ਜਾਂਦੀ ਹੈ ਜਲਦੀ ਉਹਦੇ ਅੰਦਰ ਉਹਨੂੰ ਸੌਕ ਕਰ ਲੈਂਦੀ ਹੈ ਆਪਣੇ ਅੰਦਰ used both as a fixative and dehydrating agent so ਅਗਰ ਤੁਸੀਂ ਟਿਸ਼ੂ ਨੂੰ ਫਿਕਸ ਕੀਤਾ ਹੈ ਇਥਾਈਲ ਅਲਕੋਹਲ ਦੇ ਵਿੱਚ ਤਾਂ ਤੁਹਾਨੂੰ ਉਸ ਨੂੰ ਡੀਹਾਈਡਰੇਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ because alcohol itself is a dehydrating agent it is excellent for glycogen preservation so ਇਥਾਈਲ ਅਲਕੋਹਲ ਦੇ ਵਿੱਚ ਗਲਾਈਕੋਜਨ ਜਿਹੜੀ ਹੈਗੀ ਹੈ ਉਹਨੂੰ ਆਪਾਂ ਬਹੁਤ ਵਧੀਆ ਤਰੀਕੇ ਨਾਲ ਪ੍ਰੀਜ਼ਰਵ ਕਰ ਸਕਦੇ ਹਾਂ ਫॉर ਮਾਈਕਰੋਸਕੋਪਿਕ ਐਗਜ਼ਾਮੀਨੇਸ਼ਨ disadvantages it removes water very fast which causes shrinkage of the cell so जो अल्कोहल है ये बहुत strong dehydrating agent है ये बहुत जल्दी water remove करती है cells tissues ਦੇ ਵਿੱਚੋਂ ਤੇ ਜਿੰਦੇ ਕਰਕੇ ਕਿ cells ਜਿਹੜੇ ਹੈ shrink ਕਰ ਸਕਦੇ हैं it dissolves fats and lipids so alcohol containing fixatives should not be used when lipids are to be studied so क्योंकि alcohol है fats are soluble in alcohol सो ਜਿਹੜੀ ਆਪਣੀ ਸੈਲ ਮੈਂਬਰੇਨਸ ਆ ਉਹਦੇ ਵਿੱਚ ਵੀ ਲਿਪਿਡਸ ਪ੍ਰੈਜ਼ੈਂਟ ਹੁੰਦੇ ਆ ਫੋਸਫੋਲਿਪਿਡਸ ਪ੍ਰੈਜ਼ੈਂਟ ਹੁੰਦੇ ਆ ਸੋ ਜੋ ਅਲਕੋਹਲ ਹੈ ਇਹ ਫੈਟਸ ਨੂੰ ਡਿਸੋਲਵ ਕਰ ਦਿੰਦੀ ਹੈ ਆਪਦੇ ਅੰਦਰ ਬੋਥ ਆਰ ਮਿਸਿਬਲ ਇੱਕ ਦੂਸਰੇ ਦੇ ਵਿੱਚ ਘੁਲ ਸਕਦੇ ਹੈ ਸੋ ਜਦੋਂ ਵੀ ਤੁਸੀਂ ਫੈਟਸ ਨੂੰ ਸਟੱਡੀ ਕਰਨਾ ਹੈ ਤਾਂ ਅਲਕੋਹਲ ਜਿਹੜਾ ਐਜ਼ ਫਿਕਸੇਟਿਵ ਯੂਜ਼ ਨਹੀਂ ਕਰਨਾ ਡੀਸਟੋਰੇਸ਼ਨ ਆਫ ਮੋਰਫੋਲੋਜੀ ਇਹ ਸੈਲ ਦੀ ਜਿਹੜੀ ਸਟਰਕਚਰਲ ਮੋਰਫੋਲੋਜੀ ਹੈ ਬਾਹਰੋਂ ਸ਼ੇਪ ਸਾਈਜ਼ ਉਹਨੂੰ चेंज कर देती है बिकॉज सेल मेम्ब्रेन इटसेल्फ इज हैविंग लिपिड्स इन इट सेल मेम्ब्रेन के अंदर ही फॉस्फोलिपिड्स है ते सेल की जिहड़ी मॉर्फोलॉजी है चेंज कर सकते हैं इट ओवर हार्डन्स द टिश्यू बिकॉज बहुत रैपिडली डिहाइड्रेट करती है ये सेल्स टिश्यू नूं जिस नाल की जो टिश्यू हैगे है इकोदम ड्राई होके ओवर हार्डन हो जाते हैं जिन्ने उन्होंने फर्म होना चाहिए और उस तो ज़्यादा फर्म हो सकते हैं इट इज़ इनफ्लेमेबल मीनस इनू अग लग सकती है ये ज्वलनशील है सो इनू जो लैबोरेटरी के विच है ध्यान नाल सेफ प्लेस ते रखना चाहिए सो नेक्स्ट इज ओस्मियम टेट्राऑक्साइड इट इज़ अ क्रॉस लिंकिंग फिक्सेटिव सो जो ओस्मियम टेट्राऑक्साइड है ये क्रॉस लिंकिंग करता है प्रोटीन मॉलिक्यूल्स दे विच इट इज़ अ पेल येलो सोल्यूशन ओस्मियम टेट्राऑक्साइड का जो सोल्यूशन है वो येलोइश कलर का होता है इट इज़ अ स्ट्रॉन्ग ऑक्सीडाइजिंग एजेंट सो ये किसी भी चीज़ को ऑक्सीडाइज कर देता इट इज़ अ वेरी स्ट्रॉन्ग ऑक्सीडाइजिंग एजेंट इट शुड बी स्टोर्ड इन डार्क एट 2 to 6 डिग्री सेल्सियस सो इनका कलर जोड़ा है ओस्मियम टेट्राऑक्साइड जोड़ा है एक ही है लाइट अनस्टेबल है तो हाई टैंपरेचर पर भी ये अनस्टेबल होता है और वॉलेटाइल हो जाता है ज़्यादा सो इस करके इनू डार्क स्पेस जगह पर डार्क बॉटल के 2 to 6 डिग्री सेल्सियस के जो है स्टोर करना चाहिए Fats and other lipids reduce osmium tetroxide or combines with it to form a dark compound. So fats जो osmium tetroxide ना react करते हैं तो उन्हें combine कर जाते हैं और एक dark color का compound जो है वो produce करते हैं ये dark color का compound जो है fats की identification वास्ते under the microscope help करता है so fats are easy to identify with osmium tetroxide composition 1% aqueous solution of osmium tetroxide is used as fixative 1% solution बनाया जाता है osmium tetroxide का जिन्हों की अपन as a fixative use करते हैं advantages it is used for fat preservation so सब तो main importance है osmium tetroxide की कि fat नु preserve करने दे विच helpful है fat stain black and are easier to identify ਜਿਹੜੇ ਫੈਟਸ ਹੈਗੇ ਉਸ ਓਸਮੀਅਮ ਟੈਟਰਾऑक्साइड ਨਾਲ ਬਲੈਕ ਤੇ ਡਾਰਕ ਕਲਰ ਤੇ ਸਟੇਨ ਹੋ ਜਾਂਦੇ ਆ ਜਿੰਦੇ ਕਰਕੇ ਕਿ ਇਹਨੂੰ ਫੈਟਸ ਨੂੰ ਆਇਡੈਂਟੀਫਾਈ ਕਰਨਾ ਮਾਈਕਰੋਸਕੋਪ ਦੇ ਨੀਚੇ ਈਜ਼ੀ ਹੁੰਦਾ ਹੈ ਇਟ ਇਜ਼ ਅ ਐਕਸਲੈਂਟ ਪ੍ਰੀਜ਼ਰਵੇਸ਼ਨ ऑफ सैलुलर डिटेल्स जो सैल के अंदर दी सारिया डिटेल्स है उन्होंने ओस्मियम टेट्राऑक्साइड नाल फिक्स किए टिश्यू के विच देखनिया ईजी होती है सो इट इज़ यूज फॉर इलैक्ट्रॉन माइक्रोस्कोपी सो जो आप इलैक्ट्रॉन माइक्रोस्कोप यूज करना है तो उनके विच जिहड़ी लाइट जो है कलर्स जोड़े है देखने हैं तो उनके लिए जो ओस्मियम टेट्राऑक्साइड है वो बहुत अच्छा फिक्सेटिव होंगे उनके जो स्टेन्स की कलरिंग है बहुत ईजी अच्छी बनाता है ओस्मियम टेट्राऑक्साइड जिंदे करके इलैक्ट्रॉन माइक्रोस्कोपी जिन्ना टिश्यूज की करनी है उनके वास्ते देखने च हैल्पफुल है इट फिक्सेस माइलिन एंड पेरिफेरल नर्व्स वेल सो यूज फॉर न्यूरोलॉजिकल टिश्यू सो ओस्मियम टेट्राऑक्साइड जो है ये माइलिन शीट जो कि नर्व्स दे अराउंड होंदी है सो वो शीट नू ये देखने दे लई
ਫਿਕਸ ਕਰਨ ਦੇ ਲਈ ਬਹੁਤ ਹੈਲਪਫੁਲ ਹੈ। ਇਟ ਫਿਕਸਿਸ ਮਾਈਲਿਨ ਐਂਡ ਪੈਰੀਫਰਲ ਨਰਵਸ ਨੂੰ ਵੀ ਇਹ ਬਹੁਤ ਵਧੀਆ ਤਰੀਕੇ ਨਾਲ ਫਿਕਸ ਕਰਦਾ ਹੈ। ਸੋ ਨਰਵਸ ਟਿਸ਼ੂ ਜਿੰਨਾ ਵੀ ਹੈ, ਨਿਊਰੋਲੋਜੀਕਲ ਟਿਸ਼ੂ ਹੈ, ਉਹਨਾਂ ਨੂੰ ਸਟੇਨ ਫਿਕਸ ਇਹਦੇ ਨਾਲ ਕੀਤਾ ਜਾਂਦਾ ਹੈ। ਇਟ ਪ੍ਰੋਡਿਊਸਿਸ ਬ੍ਰਿਲੀਅੰਟ ਨਿਊਕਲੀਅਰ ਸਟੇਨਿੰਗ ਵਿਦ ਸੈਫਰਨ। ਸੋ ਸੈਫਰਨ ਇੱਕ ਸਟੇਨ ਹੈ ਜੋ ਕਿ ਨਿਊਕਲੀਅਸ ਨੂੰ ਸਟੇਨ ਕਰਦਾ ਹੈ ਤੇ ਉਹ ਸਟੇਨਿੰਗ ਜਿਹੜੀ ਹੈਗੀ ਹੈ ਓਸਮੀਅਮ ਟੈਟਰਾਆਕਸਾਈਡ ਬਹੁਤ ਵਧੀਆ ਕਰਾਉਂਦਾ ਹੈ। ਇਟ ਐਕਟਸ ਐਜ਼ ਅ ਮੋਡਰੇਟ ਇਨ ਦੈਟ ਪਾਰਟ। Next are the disadvantages. It is very expensive. Osmium tetroxide ਜਿਹੜਾ ਹੈ ਬਹੁਤ ਮਹਿੰਗਾ ਹੈਗਾ। It is extremely volatile. ਇਹ ਬਹੁਤ ਜ਼ਿਆਦਾ ਆਪਣੀ ਜਲਦੀ gaseous state ਦੇ ਵਿੱਚ ਆ ਜਾਂਦਾ ਹੈ। So vapors are irritating and can cause conjunctivitis and deposition of black osmic oxide in the cornea causes blindness. So ਜਿਹੜੇ ਇਹਦੇ vapors ਹੈਗੇ ਆ ਉਹ eyes ਨੂੰ ਬਹੁਤ irritate ਕਰਦੇ ਆ, conjunctivitis ਕਰ ਸਕਦੇ ਆ ਤੇ ਇਹ ਬਲੈਕ ਕਲਰ ਦੇ ਆਸਮਿਕ ਆਕਸਾਈਡ ਬਣਾ ਦਿੰਦਾ ਹੈ ਡਿਪੋਜ਼ਿਟਸ, ਜੋ ਕਿ ਤੁਹਾਡੇ ਕੋਰਨੀਆ ਦੇ ਵਿੱਚ ਜਾ ਕੇ ਡਿਪੋਜ਼ਿਟ ਹੋ ਸਕਦੇ ਆ। ਆਸਮਿਕ ਆਕਸਾਈਡ ਤੇ ਡਿਪੋਜੀਸ਼ਨ ਹੋ ਸਕਦੀ ਹੈ ਔਰ ਤੁਹਾਨੂੰ ਬਲਾਈਂਡਨੈਸ ਹੋ ਸਕਦੀ ਹੈ। ਸੋ ਅਨਈਵਨ ਪੈਨੀਟ੍ਰੇਸ਼ਨ ਫॉर ਪੀਸਿਸ ਮੋਰ ਦੈਨ 2 to 3 ਮਿਲੀਮੀਟਰ ਥਿਕਨੈਸ। ਸੋ ਜਿਹੜੀ ਇਹਦੀ ਪੈਨੀਟ੍ਰੇਸ਼ਨ ਹੈ ਉਹ ਈਵਨ ਨਹੀਂ ਹੁੰਦੀ, ਅੰਦਰ ਤੱਕ ਨਹੀਂ ਹੁੰਦੀ, ਡੀਪਲੀ ਨਹੀਂ ਹੁੰਦੀ ਅਗਰ ਜੋ ਟਿਸ਼ੂ ਹੈ ਉਹ 2 to 3 ਮਿਲੀਮੀਟਰ ਤੋਂ ਜ਼ਿਆਦਾ ਥਿਕ ਹੈ। ਸੋ ਯੂ ਸ਼ੁਡ ਮੇਕ ਸ਼ੋਰ, ਤੁਹਾਨੂੰ ਸ਼ੋਰ ਹੋਣਾ ਚਾਹੀਦਾ ਹੈ ਕਿ ਜਦੋਂ ਓਸਮੀਅਮ ਟੈਟਰਾਆਕਸਾਈਡ ਨਾਲ ਤੁਸੀਂ ਫਿਕਸ ਕਰਨਾ ਟਿਸ਼ੂ ਨੂੰ ਤਾਂ ਉਹਦੀ ਥਿਕਨੈਸ ਜਿਹੜੀ ਹੈ 2 to 3 ਮਿਲੀਮੀਟਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਟ ਰੈਡੀਲੀ is reduced by contact with organic matter and exposure to sunlight, forming a black precipitate which settles at the bottom of the container. So ਜਦੋਂ ਵੀ osmium tetroxide ਹੈ ਕਿਸੇ organic compound ਜਾਂ sunlight ਦੇ exposure ਜਾਂਦਾ ਹੈ ਤਾਂ black color ਦੇ precipitates ਬਣਾ ਦਿੰਦਾ ਹੈ। ਜੋ ਜਿਸ ਕੰਟੇਨਰ ਦੇ ਵਿੱਚ ਤੁਸੀਂ ਇਹਦਾ ਸੋਲੂਸ਼ਨ ਬਣਾਇਆ ਉਹ precipitates ਉਸ ਬੋਟਲ ਦੇ ਨੀਚੇ ਜਾ ਕੇ ਕੰਟੇਨਰ ਸੈਟਲ ਹੋ ਜਾਂਦੇ ਆ। ਸੋ ਜਦੋਂ ਵੀ ਤੁਸੀਂ ਟਿਸ਼ੂ ਨੂੰ ਓਸਮੀਅਮ ਟੈਟਰਾਆਕਸਾਈਡ ਚ ਪਾਉਂਦੇ ਹੋ, ਤੁਸੀਂ ਟਿਸ਼ੂ ਨੂੰ ਇੱਕ ਥ੍ਰੈਡ ਦੇ ਨਾਲ ਟਾਈ ਕਰ ਲੈਂਦੇ ਹੋ ਤੇ ਉਹਨੂੰ ਸੋਲੂਸ਼ਨ ਦੇ ਵਿੱਚ ਕੰਟੇਨਰ ਦੇ ਵਿੱਚ ਸੈਂਟਰ 'ਚ ਹੈਂਗ ਕਰ ਦਿੰਦੇ ਹੋ, ਲਟਕਾ ਦਿੰਦੇ ਹੋ ਤਾਂ ਕਿ ਟਿਸ਼ੂ ਜੋ ਹੈ ਨੀਚੇ ਨਾ ਲੱਗੇ, ਬੇਸ ਤੇ ਨਾ ਲੱਗੇ ਕੰਟੇਨਰ ਦੇ, ਕਿਉਂਕਿ ਅਗਰ ਉੱਥੇ ਬਲੈਕ ਪ੍ਰੈਸੀਪੀਟੇਟਸ ਬਣ ਵੀ ਜਾਂਦੇ ਹੈ ਤੇ ਉਹ ਟਿਸ਼ੂ ਦੇ ਕੰਟੈਕਟ ਦੇ ਵਿੱਚ ਨਾ ਆਉਣ। So it inhibits hematoxylin and makes counter staining difficult. So hematoxylin ਦੇ ਨਾਲ ਇਹ hematoxylin stain ਹੈ ਉਹਨੂੰ ਇਹ ਇਨਹਿਬਿਟ ਕਰਦਾ ਹੈ, ਉਹਨੂੰ ਟਿਸ਼ੂ ਨੂੰ ਉਹਦੇ ਨਾਲ ਸਟੇਨ ਨਹੀਂ ਹੋਣ ਦਿੰਦਾ, ਜਿਸ ਕਰਕੇ ਜਿਹੜੀ ਕਾਊਂਟਰ ਸਟੇਨਿੰਗ ਹੈ ਉਹਨੂੰ ਇਹ ਡਿਫਿਕਲਟ ਕਰ ਦਿੰਦਾ। ਨੈਕਸਟ ਇਜ਼ ਪੋਟਾਸ਼ੀਅਮ ਡਾਈਕ੍ਰੋਮੇਟ। ਇੱਕ orange crystalline substance ਹੈ, orange color ਦੇ crystals ਹੁੰਦੇ ਹਨ in the solid form. So ਇਹਦਾ ਜਿਹੜਾ aqueous solution ਆਪਾਂ use ਕਰਦੇ ਆ as a fixative is 3% aqueous solution. And the advantages ਕੀ ਹੈ ਕਿ ਇਹਨੂੰ ਆਪਾਂ different pH ਤੇ different structures ਨੂੰ ਸੈੱਲ ਦੀਆਂ ਨੂੰ fix ਕਰ ਸਕਦੇ ਆ with potassium dichromate at less acidic pH, that is more than 4.6. if pH is more than 4.6 ਤਾਂ ਇਹ cytoplasm और mitochondria ਨੂੰ fix ਕਰਦਾ ਹੈ। at more acidic pH, so ਅਗਰ pH ਹੈਗਾ 4.6 ਤੋਂ ਘੱਟ ਤਾਂ ਇਹ ਨਿਊਕਲੀਅਸ ਤੇ ਸਾਈਟੋਪਲਾਜ਼ਮ ਨੂੰ ਫਿਕਸ ਕਰਦਾ ਹੈ। ਸੋ pH ਰੇਂਜ ਨੂੰ ਚੇਂਜ ਕਰਕੇ ਆਪਾਂ ਸੈੱਲ ਦੇ ਡਿਫਰੈਂਟ ਕੰਪੋਨੈਂਟਸ ਨੂੰ ਇਹਦੇ ਨਾਲ ਫਿਕਸ ਕਰਾ ਸਕਦੇ ਹਾਂ। ਐਂਡ ਦੀ ਡਿਸਐਡਵਾਂਟੇਜ ਹੈ prolonged exposure causes tissue to become brittle. ਜ਼ਿਆਦਾ ਦੇਰ ਅਗਰ ਆਪਾਂ ਟਿਸ਼ੂ ਨੂੰ ਪੋਟਾਸ਼ੀਅਮ ਡਾਈਕ੍ਰੋਮੇਟ ਦੇ ਵਿੱਚ ਰੱਖਦੇ ਹਾਂ ਤਾਂ ਟਿਸ਼ੂ ਜੋ ਹੈ brittle ਹੋ ਜਾਂਦਾ ਹੈ, ਮੀਨਸ ਉਹ ਟੁੱਟ ਸਕਦਾ ਹੈ, ਵੀਕ ਹੋ ਜਾਂਦਾ। Tissue should be washed in running tap water before dehydration to remove yellowish insoluble precipitates. So ਜਦੋਂ ਆਪਾਂ ਪੋਟਾਸ਼ੀਅਮ ਡਾਈਕ੍ਰੋਮੇਟ ਦੇ ਨਾਲ ਟਿਸ਼ੂ ਨੂੰ ਫਿਕਸ ਕਰਦੇ ਆ ਤਾਂ ਜੋ ਇਹ ਪੋਟਾਸ਼ੀਅਮ ਡਾਈਕ੍ਰੋਮੇਟ ਹੈ ਇਹ ਯੈਲੋ ਕਲਰ ਦੇ ਇਨਸੋਲਿਊਬਲ ਪ੍ਰੈਸੀਪੀਟੇਟ ਬਣਾ ਦਿੰਦਾ ਟਿਸ਼ੂ ਦੇ ਵਿੱਚ। ਸੋ ਜਦੋਂ ਵੀ ਆਪਾਂ ਉਸ ਤੋਂ ਬਾਅਦ ਫਿਕਸੇਸ਼ਨ ਤੋਂ ਬਾਅਦ ਟਿਸ਼ੂ ਨੂੰ ਡੀਹਾਈਡਰੇਟ ਕਰਨਾ ਹੈ ਉਸ ਤੋਂ ਪਹਿਲੇ ਆਪਾਂ ਇਹਦੀ ਵਾਸ਼ਿੰਗ ਕਰਾਣੀ ਹੈ ताकि जिन्ना भी पोटाशियम डाइक्रोमेट ਦੇ ਵਿੱਚ प्रेसिपिटेट्स बन गए येलो कलर ਦੇ ਉਹ ਰਿਮੂਵ ਹੋ ਜਾਣ। ਨੈਕਸਟ ਇਜ਼ ਗਲੇਸ਼ੀਅਲ ਐਸਿਟਿਕ ਐਸਿਡ। ਸੋ ਐਸਿਟਿਕ ਐਸਿਡ ਨੂੰ ਆਪਾਂ ਗਲੇਸ਼ੀਅਲ ਐਸਿਟਿਕ ਐਸਿਡ ਇਸ ਲਈ ਕਹਿੰਦੇ ਆ ਕਿਉਂਕਿ 17 ਡਿਗਰੀ ਸੈਲਸੀਅਸ ਤੇ ਹੀ ਸੋਲਿਡਿਫਾਈ ਹੋ ਜਾਂਦਾ ਹੈ। ਸੋ ਇਟ ਸੋਲਿਡਿਫਾਈਜ਼ ਐਟ 17 ਡਿਗਰੀ ਸੈਲਸੀਅਸ। ਇਟ ਇਜ਼ ਕਲਰਲੈਸ ਸੋਲੂਸ਼ਨ। ਗਲੇਸ਼ੀਅਲ ਐਸਿਟਿਕ ਐਸਿਡ ਦਾ ਸੋਲੂਸ਼ਨ ਕਲਰਲੈਸ ਹੈ ਬਟ ਇਹਦੀ ਬਹੁਤ ਪਿਕੂਲੀਅਰ ਪੰਜੈਂਟ ਸਮੈਲ ਹੁੰਦੀ ਹੈ। So usually used in compound fixative, not used alone.
ਸੋ ਗਲੇਸ਼ੀਅਲ ਐਸਟਿਕ ਐਸਿਡ ਨੂੰ ਕੱਲਿਆਂ ਐਜ਼ ਅ ਸਿੰਪਲ ਫਿਕਸੇਟਿਵ ਨਹੀਂ ਯੂਜ਼ ਕੀਤਾ ਜਾਂਦਾ। ਇਹ ਯੂਜਲੀ ਕੰਪਾਊਂਡ ਫਿਕਸੇਟਿਵ ਹੁੰਦਾ ਹੈ, ਜਦੋਂ ਕਿ ਇਹਦੇ ਨਾਲ ਕੋਈ ਹੋਰ ਫਿਕਸੇਟਿਵ ਐਡ ਕੀਤਾ ਜਾਂਦਾ ਹੈ ਤਾਂ ਕਿ ਟਿਸ਼ੂ ਤੇ ਡਿਜ਼ਾਇਰਡ ਇਫੈਕਟ ਲਿਆਂਦਾ ਜਾ ਸਕੇ। Advantages: it is a nuclear fixative. ਨਿਊਕਲੀਅਰ ਮਟੀਰੀਅਲ ਨੂੰ ਫਿਕਸ ਕਰਨ ਵਾਸਤੇ ਗਲੇਸ਼ੀਅਲ ਐਸਿਟਿਕ ਐਸਿਡ ਦਾ ਯੂਜ਼ ਕੀਤਾ ਜਾਂਦਾ ਹੈ। It precipitates chromosomes and chromatin materials, so very useful in the study of nuclear components of the cell. So जो chromosome present है nucleus के अंदर, जो chromatin material है, उन्हें सब में precipitate कर देता है, fix कर देता है ताकि उन्हें दी अपा easily study कर सकिए। It causes tissue, especially containing collagen, swelling. So collagen containing tissue ਦੀ swelling कराता है। सो ਇਹਨੂੰ ਉਹਨਾਂ ਫਿਕਸੇਟਿਵਸ ਦੇ ਨਾਲ ਐਜ਼ ਅ ਕੰਪਾਊਂਡ ਫਿਕਸੇਟਿਵ ਯੂਜ਼ ਕੀਤਾ ਜਾਂਦਾ ਹੈ ਜੋ ਕਿ ਸ਼੍ਰਿੰਕੇਜ ਕਰਾਉਂਦੇ ਹੈ ਕੋਲੇਜਨ ਟਿਸ਼ੂ ਦੀ, ਤਾਂ ਕਿ ਇਹ ਦੋਨੋਂ ਚੀਜ਼ਾਂ ਇੱਕ ਦੂਸਰੇ ਨੂੰ ਬੈਲੈਂਸ ਕਰ ਸਕਣ। ਸੋ ਮਰਕਰੀ ਕੰਟੇਨਿੰਗ ਜਿਹੜੇ ਫਿਕਸੇਟਿਵ ਹੈ ਉਹਦੇ ਨਾਲ ਗਲੇਸ਼ੀਅਲ ਐਸਿਟਿਕ ਐਸਿਡ ਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਟਿਸ਼ੂ ਦੇ ਵਿੱਚ ਜਿੰਨੀ ਮਰਕਰੀ ਕਾਰਨ ਸ਼੍ਰਿੰਕੇਜ ਆਈ ਹੈ ਉਨੀ ਕਿ ਇਹ ਗਲੇਸ਼ੀਅਲ ਐਸਿਟਿਕ ਐਸਿਡ ਉਸ ਟਿਸ਼ੂ ਦੇ ਵਿੱਚ ਸਵੈਲਿੰਗ ਲਿਆਏ ਤਾਂ ਕਿ ਇਹ ਦੋਨੋਂ ਚੀਜ਼ਾਂ ਇੱਕ ਦੂਸਰੇ ਨੂੰ ਬੈਲੈਂਸ ਕਰਦਾ ਹੈ ਤੇ ਜਿਹੜੀ ਐਕਚੁਅਲ ਟਿਸ਼ੂ ਦੀ ਵੋਲਿਊਮ ਹੈ, ਸ਼ੇਪ ਹੈ, ਉਹ ਮੇਨਟੇਨ ਰਹੇ। ਸੋ ਇਟ ਇਜ਼ ਜਨਰਲੀ ਯੂਜ਼ਡ ਐਜ਼ ਅ ਕੰਪਾਊਂਡ ਫਿਕਸੇਟਿਵ ਵਿਦ ਫਿਕਸੇਟਿਵਸ ਕੰਟੇਨਿੰਗ ਮਰਕਰੀ। ਡਿਸਐਡਵਾਂਟੇਜ: ਅਗਰ ਕੱਲੇ ਯੂਜ਼ ਕਰਦੇ ਹਨ ਇਹਨੂੰ ਤਾਂ ਇਟ ਕਾਜ਼ਸ ਸਵੈਲਿੰਗ ਇਫੈਕਟ ਔਨ ਟਿਸ਼ੂਜ਼ ਐਂਡ ਸੈਲਸ, ਜਿਵੇਂ ਕਿ ਕੋਲੇਜਨ ਫਾਈਬਰਸ ਦੇ ਵਿੱਚ ਸਵੈਲਿੰਗ ਕਰਦਾ ਹੈ ਜਦੋਂ ਇਹਨੂੰ ਕੱਲੇ ਯੂਜ਼ ਕੀਤਾ ਜਾਂਦਾ ਤਾਂ। Does not preserve proteins. ये proteins में जो है preserve नहीं करता. So it's next is chromic acid. It's a powerful oxidizing agent. Again chromic acid की है एक strong oxidizing agent है. Should not be combined with alcohol and formalin. जिस करके कि ਇਹਨੂੰ alcohol ਤੇ formalin ਦੇ ਨਾਲ use as a compound fixatives ਦੇ ਵਿੱਚ ਇਹਨੂੰ alcohol ਤੇ formalin ਦੇ ਨਾਲ use ਨਹੀਂ ਕੀਤਾ ਜਾਂਦਾ। Its composition is chromic oxide is used in 1 to 2% in the aqueous solution. Chromic oxide 1 to 2 gram in 100 ml ਪਾ ਕੇ ਉਹਦਾ aqueous solution ਬਣਾਇਆ ਜਾਂਦਾ ਹੈ ਜਿਹਨੂੰ ਕਿ chromic acid ਦਾ solution ਕਹਿੰਦੇ ਆ ਤੇ ਉਹਨੂੰ as a fixative use ਕੀਤਾ ਜਾਂਦਾ ਹੈ। Advantages: it precipitates all proteins and preserves carbohydrates. So ਸਾਰੇ ਜਿਹੜੇ proteins ਹੈਗੇ ਆ ਉਹਨਾਂ ਨੂੰ precipitate ਕਰਾ ਦਿੰਦਾ ਹੈ ਤੇ carbohydrates ਨੂੰ preserve ਕਰਦਾ ਹੈ। So disadvantages: tissue should be washed to remove yellow insoluble precipitates. As chromic acid ਦੇ ਵੀ ਜੋ tissue ਦੇ ਅੰਦਰ ਹੈ yellow color ਦੇ precipitates ਬਣ ਜਾਂਦੇ हैं. So after fixing the tissue in chromic acid, it should be washed to remove these precipitates. Next are compound fixatives. So this is a list of compound fixative. First is 10% formal saline. Next is neutral buffered formalin. Next is formal calcium, buffered formal sucrose, formal alcohol, hidden hand Sousa fluid, Zenker's fluid, Hallen's fluid, which is Zenker's formal, Boyne's fluid, and Gender's solution. So first is 10% formal saline. ये सब तो commonly used होने वाला compound fixative है. So it's the most widely used fixative. And its fixation time is around 24 hours. ਇਹ tissue ਨੂੰ fix ਕਰਨ ਦੇ ਵਿੱਚ 24 ਘੰਟੇ ਲੱਗਦਾ depending upon its thickness. Composition. So 10% formal saline ਦੇ ਵਿੱਚ as the name suggests ਜਿਵੇਂ ਕਿ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹਦੇ ਵਿੱਚ formalin ਦੇ ਨਾਲ ਨਾਲ saline that is sodium chloride ਜੋ ਹੈ use ਕੀਤਾ ਗਿਆ ਹੈ as a fixative. Formaldehyde use ਕਰਦੇ ਆਪਾਂ 100 ml. Sodium chloride 9 grams add ਕੀਤਾ ਜਾਂਦਾ ਹੈ and then ਇਹਨੂੰ distilled water 900 ml ਦੇ ਵਿੱਚ dissolve ਕਰ ਦਿਆ ਜਾਂਦਾ ਹੈ which will form 10% formal saline solution which is used as a compound fixative. Advantages: even fixation. ਇਹ tissue ਦੇ ਹਰ ਇੱਕ part ਦੀ equally ਜਿਹੜੀ ਹੈ fixation करता है and the penetration जो है equal है. Tissue can be left in this for long period without excessive hardening or damage. So इस solution ਦੇ ਵਿੱਚ ਤੁਸੀਂ tissue ਨੂੰ ਲੰਬੇ ਸਮੇਂ ਤੱਕ ਪਾ ਕੇ ਰੱਖ ਸਕਦੇ ਹੋ, preserve ਕਰ ਸਕਦੇ ਹੋ। ਇਹ tissue ਨੂੰ ਜ਼ਿਆਦਾ hard ਨਹੀਂ ਕਰਦਾ ਕਿਉਂਕਿ ਜ਼ਿਆਦਾਤਰ fixatives ਦੇ ਵਿੱਚ ਅਗਰ ਆਪਾਂ tissue ਨੂੰ ਪਾ ਕੇ ਰੱਖਦੇ ਹਾਂ ਉਹ ਕੁਝ time ਬਾਅਦ tissue ਨੂੰ over dry ਕਰਕੇ hard ਕਰ ਦਿੰਦੇ हैं.
सो बट 10% फॉर्मल सलाइन जो सोल्यूशन है ये टिशू के नाल आइसोटोनिक भी होंगे सो ये उन्होंने जो ज़्यादा हार्ड नहीं करता इट प्रोवाइड्स गुड स्टेनिंग सो इन जी स्टेनिंग है फॉर्मल सलाइन अगर आप फिक्सेटिव यूज़ करते हैं तो टिशू स्टेन जी है बैटर कराना है यूज्ड फॉर सर्जिकल एंड पोस्टमार्टम टिशू सो सर्जिकल टिशू जो भी आता है या पोस्टमार्टम का टिशू आता है उनके वास्ते जो फिक्सेटिव यूज़ किया जाता है फॉर्मल सलाइन एज अ ग्रोस स्पेसिमेन फिक्सेशन वास्ते फॉर्मल सलाइन यूज़ करते हैं म्यूजियम स्पेसिमेंस ਨੂੰ ਫਿਕਸ ਕਰਨ ਵਾਸਤੇ ਯੂਜ਼ ਕਰਦੇ ਹਨ ਕਿਉਂਕਿ ਇਹ ਨੈਚੁਰਲ ਕਲਰ ਜਿਹੜਾ ਹੈਗਾ ਸਪੈਸੀਮਨਸ ਦਾ ਉਹਨੂੰ ਪ੍ਰੀਜ਼ਰਵ ਰੱਖਦਾ ਹੈ ਕਲਰ ਨੂੰ ਚੇਂਜ ਨਹੀਂ ਹੋਣ ਦਿੰਦਾ ਥਰਡ ਹਾਰਟ ਟਿਸ਼ੂਜ਼ ਵੀ ਇਹਦੇ ਨਾਲ ਈਜ਼ੀਲੀ ਜਿਹੜੇ ਹੈਗੇ ਫਿਕਸ ਤੇ ਪ੍ਰੀਜ਼ਰਵ ਕੀਤੇ ਜਾ ਸਕਦੇ ਆ ਨਿਊਰੋਲੋਜੀਕਲ ਟਿਸ਼ੂਜ਼ ਨੂੰ ਪ੍ਰੀਜ਼ਰਵ ਕਰਨ ਵਾਸਤੇ ਫਿਕਸ ਕਰਨ ਵਾਸਤੇ ਵੀ ਫੋਰਮਲ ਸਲਾਈਨ use ਹੁੰਦਾ ਹੈ so it's a gross specimen fixation is done by the use of 10% formal saline disadvantages it's a slow fixative काफी टाइम लेंदा है फिक्स करने ਲਈ as compared to other compound fixatives so it is considered as a slow fixative tissues fixed for a longer time may contain a formalin pigment so ਜੇ ਟਿਸ਼ੂ ਨੂੰ ਇਹਦੇ ਵਿੱਚ ਬਹੁਤ ਲੰਬੇ ਸਮੇਂ ਤੱਕ ਪਾ ਕੇ ਰੱਖੀਏ ਤਾਂ ਇਹ ਫਾਰਮਲਿਨ ਦਾ ਪਿਗਮੈਂਟ ਬਣਾ ਦਿੰਦਾ ਹੈ ਜਿਹਨੂੰ ਕਿ ਰਿਮੂਵ ਕੀਤਾ ਜਾ ਸਕਦਾ ਹੈ before staining with the help of picric acid and 10% or 10% alcoholic solution of sodium hydroxide so ਅਗਰ ਟਿਸ਼ੂ ਨੂੰ ਆਪਾਂ ਫਾਰਮਲ ਸਲਾਈਨ ਦੇ ਵਿੱਚ ਫਿਕਸ ਕੀਤਾ ਹੈ ਤਾਂ ਲੰਬੇ ਟਾਈਮ ਤੇ ਫਿਕਸ ਕਰਨ ਤੇ ਕੀ ਹੁੰਦਾ ਹੈ ਇਹਦੇ ਵਿੱਚ ਫਾਰਮਲਿਨ ਦੇ ਪਿਗਮੈਂਟਸ ਬਣ ਜਾਂਦੇ ਆ ਜਿਹਨੂੰ ਕਿ ਆਪਾਂ ਪਿਕ੍ਰਿਕ ਅਲਕੋਹਲ ਦੇ ਨਾਲ ਜਾਂ ਅਲਕੋਹਲਿਕ ਸੋਲੂਸ਼ਨ ਆਫ ਸੋਡੀਅਮ ਹਾਈਡਰੋਕਸਾਈਡ ਦੇ ਨਾਲ ਰਿਮੂਵ ਕਰ ਸਕਦੇ The formation of this pigment can be prevented by neutralizing or buffering the formal saline. So, ये pigment के बर्नन ਨੂੰ ਆਪਾਂ ਰੋਕ ਸਕਦੇ ਹਾਂ by the help of buffered formal saline solution. Buffer ਦੇ ਵਿੱਚ ਆਪਾਂ phosphate buffer use ਕਰਦੇ ਹਾਂ ਜਿੰਦੀ ਕੀ composition ਹੈ ਜਿੰਦੇ ਵਿੱਚ formaldehyde 10 ml use ਕੀਤਾ ਜਾਂਦਾ ਹੈ sodium dihydrogen phosphate 0.4 grams disodium hydrogen phosphate 0.65 grams distilled water 90 ml so in the jada pH adjust kitta janda that is from 7 to 7.2 so agar apai buffered formal saline use karte ha ta jehde a pigment haga formalin da oh nahi banta next is formal calcium and the fixation time hai around 24 hours depending upon the thickness of the tissue and the jehdi composition hai ende vich formalin de naal कैल्शियम सिट्रेट जो है यूज किया गया सो फॉर्मलिन यूज किया जाता है 10 ml कैल्शियम सिट्रेट ऐड करते हैं उनके बीच पर 2 grams तो उन्होंने डिस्टिल्ड वाटर 100 ml ਦੇ ਵਿੱਚ डिसॉल्व कर देना एंड द एडवांटेज की है इट इज यूजफुल फॉर डेमोन्स्ट्रेशन ऑफ फॉस्फोलिपिड्स सो फॉर्मल कैल्शियम ਆਪਾਂ ਫਿਕਸੇਟਿਵ यूज करते हैं फॉस्फोलिपिड्स ਦੀ डेमोन्स्ट्रेशन वास्ते फॉर्मलिन पिगमेंट दैट इज एसिड फॉर्मल्डिहाइड हेमाटिन इज नॉट फॉर्म्ड सो जो कल्ले फॉर्मलिन सॉल्यूशन ਦੇ ਵਿੱਚ पिगमेंट्स बनते हैं वो फॉर्मल कैल्शियम ਦੇ ਵਿੱਚ नहीं बनते नेक्स्ट इज बफर्ड फॉर्मल सुक्रोज सो ਇਹਦੀ जो कंपोजिशन है ਇਹਦੇ ਵਿੱਚ फॉर्मलिन ਦੇ ਨਾਲ सुक्रोज यूज किया जाता है सो इट बिकम्स अ कंपाउंड फिक्सेटिव फॉर्मलिन यूज करते हैं 100 ml ਉਹਦੇ ਵਿੱਚ सुक्रोज ऐड किया जाता है 7.5 grams एंड फॉस्फेट बफर ऐड करते हैं जिंदा कि pH 7.4 होता है 100 ml एंड द एडवांटेज की है It's a very good fixative for preservation of fine structure, phospholipids and some enzymes. So enzymes ਦੀ structure ਨੂੰ ਇਹ fix ਕਰਦਾ ਹੈ, maintain ਕਰਦਾ ਹੈ, ਉਹਨਾਂ ਨੂੰ damage ਨਹੀਂ ਹੋਣ ਦਿੰਦਾ. So it is used for that and it is recommended for cytochemistry and electron microscopic studies. So electron microscope ਦੇ ਵਿੱਚ ਜਦੋਂ ਤੁਸੀਂ cells ਨੂੰ study ਕਰਨਾ ਹੈ, cell ਦੇ ਅੰਦਰ enzymes ਨੂੰ study ਕਰਨਾ ਹੈ, ਉਹਦੇ structure, fine structure ਨੂੰ study ਕਰਨਾ ਹੈ, phospholipids ਨੂੰ study ਕਰਨਾ ਹੈ, that is cytochemistry ਨੂੰ study ਕਰਨਾ ਹੈ, then formal sucrose is used as a buffered formal sucrose is used as a fixative. Next is formal alcohol. नाम तो पता लग रहा है कि अंदर विच formalin ਦੇ ਨਾਲ alcohol use ਕੀਤੀ ਜਾਂਦੀ ਹੈ to make it a compound fixative. Fixation time है अंदर 6 to 8 hours. Composition है formalin is 10 ml लिया जाता है 90% alcohol solution का 90 ml लिया जाता है and acetic acid जो है 5 ml ऐड किया जाता है which will make the formal alcohol solution as a fixative. Advantage in the it is fixative for polysaccharides.
ਪੋਲੀਸੈਕਰਾइड्स ਨੂੰ ਫਿਕਸ ਕਰਨ ਵਾਸਤੇ ਫਾਰਮਲ ਐਲਕੋਹਲ यूज की जाती है। इट इज़ यूज टू फिक्स टिश्यू ऑफ 5 मिलीमीटर थिकनेस ਇਹਦੇ ਨਾਲ टिश्यू जिंदी थिकनेस 5 मिलीमीटर भी है ਉਹਨੂੰ भी फिक्स किया जा सकता है। नेक्स्ट इज हेडन हेन्स सूजा फ्लूइड। सो इनका फिक्सेशन टाइम जो है 3 to 12 आवर्स है और इट्स अ फास्ट फिक्सेटर। इनकी जी कंपोजिशन है इहदे मरकरी यूज होता है, दैट इज मरकरी क्लोराइड यूज होता है जिंदी की 4.5 ग्राम लेंगे आप प्लस सोडियम क्लोराइड ऐड करते हैं 0.5 ग्राम्स। दैन ट्राइक्लोरोएसिटिक एसिड विच इज इन द पाउडर्ड फॉर्म वो 2 ग्राम्स लेंगे हैं। उस तो बाद ग्लेशियल एसिटिक एसिड ऐड किया जाता है 4 ml एंड फिर इन्हों डिस्टिल वाटर 100 ml जो है ऐड किया जाता है। दिस विल फॉर्म हेडन हेन्स सूजा फ्लूइड। सो इट इज अ कंपाउंड फिक्सेटिव कंटेनिंग मरकरी। And the advantages है it's a very good fixative for routine biopsy, especially skin biopsies। So skin biopsies आती हैं उनकी fixation वास्ते जो है हेडन हेन्स सूजा फ्लूइड जो है यूज किया जाता है। It is a cytologic fixative, cytological components ਨੂੰ ਦੇਖਣ ਵਾਸਤੇ ਇਹਨੂੰ as a fixative यूज करते हैं। Gives rapid and even penetration। ਇਹਦੀ tissue ਦੇ ਵਿੱਚ penetration बहुत जल्दी होती है ते even होती है। So it's a fast fixative। Minimum shrinkage as swelling effect of acids balances the shrinkage effect of mercury because इनदे विच ग्लेशियल एसिटिक एसिड है जो कि टिश्यू ਨੂੰ swell करता है पर मरकरी क्लोराइड भी है जो कि टिश्यू ਨੂੰ shrink करती है। ये दोनों चीज़ां आपस एक दूसरे ਨੂੰ बैलेंस कर लेंदी है जिंदे करके कि बहुत मिनिमम shrinkage होती है। सूजा फिक्स टिश्यू कैन बी ट्रांसफर डायरेक्टली टू 95% alcohol or absolute alcohol, so processing time is reduced। सो जिहड़ा ये सूजा फ्लूइड दे विचों फिक्स किया हुआ टिश्यू है उन्होंने तुसी रैदर इंक्रीजिंग या ग्रैजुअल इंक्रीजिंग कंसनट्रेशन ऑफ अल्कोहल्स दे विच पाने की जगह ते डिहाइड्रेशन लई डायरेक्टली 95% अल्कोहल दे विच पा सकते हो ते जिहदे नाल कि तुहाडा जिहड़ा टिश्यू दा प्रोसैसिंग टाइम है वो घट जाता है। डिसएडवांटेजेस इट इज़ इनटॉलरेंट फिक्सेटिव। सो अगर ये जिहड़ा है बहुत हार्श फिक्सेटिव है अगर टिश्यू में बहुत देर तक कहते भी चक्कर आप पा के रखते हैं तो टिश्यू ओवर हार्ड हो सकता है तो टिश्यू में ब्लीच भी कर देता है, नैचुरल कलर जो टिश्यू का वो रिमूव हो सकता है। सो सम साइटोप्लाज्मिक ग्रैन्यूल्स आर डिसॉल्व। साइटोप्लाज्म के कुछ स्मॉल जो ग्रैन्यूल्स होंगे उन्होंने ये डिसॉल्व कर सकता है, उन्होंने ये प्रिजर्व नहीं करता। मर्क्यूरी क्लोराइड डिपॉजिट्स कैन बी फॉर्म ऑन टिश्यूज। सो जो टिश्यूज है उनके मर्क्यूरी क्लोराइड के जोड़े है डिपॉजिट्स जिहड़े है बन सकते हैं विच आर रिमूव बाय इमर्जन ऑफ द टिश्यू इन अल्कोहल आयोडीन सॉल्यूशन जिन्हों कि आप रिमूव कर सकते हैं आयोडीन ते अल्कोहल के सॉल्यूशन के विच डिप करके टिश्यू ये जो डिपॉजिट्स है रिमूव किए जा सकते हैं। नेक्स्ट इज ज़ेंकर्स फ्लूइड। इट इज़ कॉमनली यूज्ड एज सेकेंडरी फिक्सेटिव। सो सेकेंडरी फिक्सेटिव्स वो होंगे है कि सपोज लाइक फर्स्ट फिक्सेटिव फॉर्मली यूज किया ਉਹਦੇ ਚੋਂ ਤੁਸੀਂ ਟਿਸ਼ੂ ਨੂੰ ਰਿਮੂਵ ਕਰਕੇ ਕਿਸੇ ਦੂਸਰੇ ਫਿਕਸੇਟਿਵ ਤੇ ਪਾ ਦਿੱਤਾ ਤਾਂ ਕਿ ਟਿਸ਼ੂ ਨੂੰ ਇੱਕ ਪਾਰਟਿਕੂਲਰ ਰੇਂਜ ਤੱਕ ਫਰਮ ਕੀਤਾ ਜਾ ਸਕੇ ਜਾਂ ਕਿਸੇ ਪਾਰਟਿਕੂਲਰ ਸਟੇਨ ਨਾਲ ਸਟੇਨ ਕੀਤਾ ਜਾ ਸਕੇ ਜਿੰਨੀ ਸਟੇਨਿੰਗ ਦੇ ਵਿੱਚ ਫਾਰਮਲਿਨ ਇੰਟਰਫੇਅਰ ਕਰਦਾ ਹੋਵੇ। ਸੋ ਉਹਦੇ ਜਿਹੜਾ ਆਪਾਂ ਫਿਕਸੇਸ਼ਨ ਹੈ ਕਿਸੇ ਹੋਰ ਫਲੂਇਡ ਦੇ ਵਿੱਚ ਕਰ ਦਿੰਦੇ ਆ ਦੁਬਾਰਾ ਉਹਨੂੰ ਆਪਾਂ ਕਹਿੰਦੇ ਆ ਸੈਕੰਡਰੀ ਫਿਕਸੇਟਿਵ। ਸੋ ज़ेंकर्स फ्लूइड जो है इट इज़ अ कॉमनली यूज्ड सैकेंडरी फिक्सेटिव because it stains well, stains the naal and the compatibility better है। Tissue is washed in running water for several hours after fixation for better staining। So ज़ेंकर्स फ्लूइड ਦੇ ਵਿੱਚ ਵੀ ਮਰਕਰੀ ਹੈ ਸੋ ਉਹਨੂੰ ਰਿਮੂਵ ਕਰਨ ਲਈ ਜਿਹੜਾ ਹੈਗਾ ਵਾਟਰ ਦੇ ਵਿੱਚ ਰਨਿੰਗ ਵਾਟਰ ਦੇ ਵਿੱਚ ਬਹੁਤ ਦੇਰ ਤੱਕ ਇਹਨੂੰ ਵਾਸ਼ ਕਰਦੇ ਆ after fixation in ज़ेंकर्स fluid। So its fixation time is 12 to 24 hours depending upon the thickness of the tissue। कंपोजिशन इज ਇਹਦੇ ਵਿੱਚ ग्लेशियल एसिटिक एसिड पाया जाता है जो जिंदे नाल कि ज़ेंकर्स फ्लूइड जो है अनस्टेबल हो जाता है। सो आप ज़्यादा ग्लेशियल एसिटिक एसिड पा के इस फ्लूइड दे विच नहीं रख सकते क्योंकि जो ग्लेशियल एसिटिक एसिड पाया ये अनस्टेबल हो जाएगा और खराब हो जाएगा इस करके इनका पहले एक स्टॉक सोल्यूशन बनाया जाता है तो जिंदे विचों कि वर्किंग सोल्यूशन बनाया जाता है थोड़े अमाउंट दे विच जिन्ने की जरूरत है। सो स्टॉक सोल्यूशन दे विच सोडियम सल्फेट यूज होंदा 10 ग्राम्स, पोटाशियम डाइक्रोमेट 25 ग्राम्स,
मरक्यूरी क्लोराइड 60 ग्राम्स ते डिस्टिल्ड वाटर जो है 1000 ml। सो जो वर्किंग सोल्यूशन बनाना है तो स्टॉक सोल्यूशन दे विचों 95 ml लिया जाता है, जिंदे विच कि ग्लेशियल एसिटिक एसिड है वो 5 ml पा दिता जाता है, ताकि जिन्ना जरूरत हैगी है तुहानूं वर्किंग सोल्यूशन बनाने दी एज अ फिक्सेटिव तुसीं उहनूं बनाओ और यूज़ कर लो, क्योंकि ग्लेशियल एसिटिक एसिड पाने तो बाद ये सोल्यूशन जो है जल्दी खराब होना शुरू हो जाता है, अनस्टेबल हो जाता है। सो इट्स एडवांटेजेस आर इट इज़ रैपिड एंड ईवन फिक्सेशन करता है। ज़ेंकर्स फ्लूइड बहुत जल्दी फिक्स कर दिंदा है ते सारे टिश्यू नूं ईवनली फिक्स करता है। फिक्सेटिव ऑफ चॉइस फॉर न्यूक्लियर क्रोमेटिन, कोलेजन, highly vascular organs such as spleen, liver, bone marrow aspirates as acid present will decalcify bone spicules if present in specimen। So बहुत वधिया फिक्सेटिव है न्यूक्लियर क्रोमेटिन ਨੂੰ ਫਿਕਸ ਕਰਨ ਲਈ, ਕੋਲੇਜਨ ਨੂੰ, ਹਾਈਲੀ ਵਸਕੂਲਰ ਆਰਗਨਸ ਜਿਨ੍ਹਾਂ ਦੀ ਬਲੱਡ ਸਪਲਾਈ ਬਹੁਤ ਜ਼ਿਆਦਾ ਉਹਨਾਂ ਆਰਗਨਸ ਨੂੰ ਫਿਕਸ ਕਰਨ ਲਈ, ਸਪੈਸ਼ਲੀ ਬੋਨ ਮੈਰੋ ਦੇ ਐਸਪੀਰੇਟਸ ਨੂੰ ਫਿਕਸ ਕਰਨ ਲਈ, ਕਿਉਂਕਿ ਜਿਹੜਾ ਇਹਦੇ ਵਿੱਚ ਐਸਿਡ ਹੈਗਾ ਉਹ ਡੀਕੈਲਸੀਫਾਈ ਕਰ ਦਿੰਦਾ ਬੋਨ ਸਪੀਕਿਊਲਸ ਨੂੰ ਅਗਰ ਉਹ ਸਪੈਸੀਮੈਨਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਤਾਂ। ਸੋ ਡੀਕੈਲਸੀਫਿਕੇਸ਼ਨ ਦਾ ਜਿਹੜਾ ਪ੍ਰੋਸੈਸ ਆ ਆਪਾਂ ਨੈਕਸਟ ਲੈਕਚਰ ਦੇ ਵਿੱਚ ਪੜਾਂਗੇ। ਕੈਲਸ਼ੀਅਮ ਰਿਮੂਵ ਕਰਨਾ from the tissue is known as decalcification। It is compatible with most stains। So Zenker's fluid ਜਿਹੜਾ ਹੈਗਾ ਬਹੁਤ ਸਾਰੀਆਂ stains ਲਈ better ਹੈਗਾ staining ਕਰਾਉਣ ਲਈ। Preferred for tissues to be stained by trichrome staining। So trichrome stains ਦੇ ਨਾਲ tissue ਨੂੰ stain ਕਰਾਉਣ ਲਈ Zenker's fluid ਦੇ ਵਿੱਚ fix ਕੀਤੇ tissues ਜੋ ਹੈ better ਹੁੰਦੇ ਹਨ। Disadvantages: penetration is poor if thickness of tissue is more than 5 millimeters। So ਇਹ ਜਿਹੜਾ ਹੈਗਾ tissue ਦੇ ਵਿੱਚ even penetrate नहीं करता, अंदर तक पेनिट्रेट नहीं करता डीपली अगर टिश्यू की थिकनेस 5 मिलीमीटर तो ज़्यादा है। वर्किंग सोल्यूशन इज अनस्टेबल, कैन नॉट बी स्टोर्ड फॉर लॉन्गर। सो जो वर्किंग सोल्यूशन है जो कि ग्लेशियल एसिटिक एसिड पाने तो बाद बनता है वो अनस्टेबल है और ज़्यादा देर तक स्टोर नहीं किया जा सकता। मरकरी इज अ पॉइजनस सबसटेंस। एस ज़ेंकर्स फ्लूइड के विच मरकरी क्लोराइड यूज होता है जो कि है पॉइजनस सबसटेंस है। Mercury is corrosive, so the fixative should be kept in glass container। So no metal containers ਦੇ ਵਿੱਚ ਨਹੀਂ, it's a strong component। mercury ਜਿਹੜਾ ਹੈਗਾ ਉਹ metals ਨੂੰ corrosive ਹੈਗਾ, ਖਰਾਬ ਕਰ ਸਕਦਾ, ਉਹਦੇ ਨਾਲ react ਕਰ ਸਕਦਾ ਹੈ, ਇਸ ਕਰਕੇ ਇਹਨੂੰ glass containers ਦੇ ਵਿੱਚ ਪਾ ਕੇ ਰੱਖਣਾ ਚਾਹੀਦਾ। After fixation the tissue must be washed in running water to remove excess dichromate। So tissue ਨੂੰ Zenker's fluid ਦੇ ਵਿੱਚ फिक्स करने तो बाद उन्होंने रनिंग वाटर के विच वॉश करना चाहिए ताकि जो डाइक्रोमेट के क्रिस्टल्स या प्रेसिपिटेट्स बने हैं वो रिमूव हो जाए। मरकरी पिगमेंट मस्ट बी रिमूव विद ग्लूकोज आयोडीन। सो जो मरकरी के पिगमेंट्स है उन्होंने रिमूव किया जाता है ग्लूकोज आयोडीन के नाल। नैक्सट इज हेलिस फ्लूइड दैट इज Zenker's formol। इस कंपाउंड फिक्सेटिव के विच इट इज सेम एज Zenker's फ्लूइड बट ਇਹਦੇ ਵਿੱਚ ਗਲੇਸ਼ੀਅਲ ਐਸਿਟਿਕ ਐਸਿਡ ਦੀ ਜਗ੍ਹਾ ਤੇ ਫਾਰਮਲਿਨ ਯੂਜ਼ ਕੀਤੀ ਜਾਂਦੀ ਹੈ ਤੇ ਇਹਦਾ ਫਿਕਸੇਸ਼ਨ ਟਾਈਮ ਹੈ 12 to 24 ਆਵਰਸ। 12 ਤੋਂ 24 ਘੰਟੇ ਦੇ ਅੰਦਰ ਅੰਦਰ ਟਿਸ਼ੂ ਨੂੰ ਫਿਕਸ ਕਰ ਦਿੰਦਾ ਡਿਪੈਂਡਿੰਗ ਅਪਨ ਇਟਸ ਥਿਕਨੈਸ। ਇਟਸ ਕੰਪੋਜੀਸ਼ਨ ਇਜ਼ ਸਟॉक ਸੋਲੂਸ਼ਨ ਬਣਾਉਂਦੇ ਆਪਾਂ ਪਹਿਲੇ which is sodium sulfate 10 grams ਲੈਂਦੇ ਹਾਂ, potassium dichromate 5 grams, mercury chloride 5 grams and distilled water 1000 ml ਲਿਆ ਜਾਂਦਾ ਹੈ, ਜਿੰਦੇ ਤੋਂ ਕਿ ਵਰਕਿੰਗ ਸੋਲੂਸ਼ਨ ਬਣਾਇਆ ਜਾਂਦਾ ਹੈ। जिसके विच स्टॉक सोल्यूशन जो 95 ml लेंदे और ऐड करते हैं फॉर्मलिन 5 ml। सो वर्किंग सोल्यूशन इज अगेन अनस्टेबल एंड कैन नॉट बी स्टोर्ड फॉर लॉन्गर। इनके भी वर्किंग सोल्यूशन इसी करके बनाते हैं ताकि जिन्ना जरूरत है उन्ना बना के उन्होंने यूज़ कर लिया जाए, क्योंकि वर्किंग सोल्यूशन जो है अनस्टेबल है। एडवांटेजेस: इट्स अ गुड साइटोप्लाज्मिक फिक्सेटिव। सो साइटोप्लाज्मिक स्ट्रक्चर्स को देखने लिए ਜਿਹੜਾ ਹੈਗਾ Zenker's formol जो है हेलिस फ्लूइड है यूज़ किया जाता है स्पेशली फॉर बोन मैरो, स्प्लीन, किडनी एंड पिट्यूटरी ग्लैंड। सो इन्ना सब नूं फिक्स करने वास्ते ये फ्लूइड बेटर है। पेनिट्रेट्स एंड फिक्स टिश्यू वेल। सो टिश्यू के अंदर ये पेनिट्रेट अच्छा करता है और उन्होंने अच्छे तरीके नाल फिक्स करता है। न्यूक्लियर फिक्सेशन एंड स्टेनिंग इज बेटर दैन Zenker's फ्लूइड। सो Zenker's फ्लूइड दे नालों ये जिहड़े न्यूक्लियर कंपोनेंट्स है उन्होंने बेटर फिक्स ते स्टेन करता है। सो इनू प्रैफर किया जाता है Zenker's फ्लूइड के नालों। इट प्रिजर्व साइटोप्लाज्मिक ग्रैनुअल्स वेल। जो साइटोप्लाज्म के ग्रैनुअल्स है उन्होंने भी ये
प्रिजर्व करके रखता। डिसएडवांटेजेस, मरकरी इज पॉइजनस सबसटेंस, सो जेडे भी फिक्सेटिव्स दे विच मरकरी यूज होती है ऑल आर पॉइजनस। Brown pigment is produced if blood containing tissues are placed in fixative for more than 24 hours due to RBC lysis. So अगर किसी भी टिश्यू ਦੇ ਵਿੱਚ blood component ਜ਼ਿਆਦਾ ਹੈ ਉਹਨੂੰ ਤੁਸੀਂ ਹੈਲੇਸ ਫਲੂਇਡ ਦੇ ਵਿੱਚ ਰੱਖਦੇ ਹੋ ਤਾਂ 24 hours ਤੋਂ ਜ਼ਿਆਦਾ ਰੱਖਣ ਤੇ blood ਜਿਹੜਾ ਹੈਗਾ ਉਹ ਉਹਦੇ ਵਿੱਚ ਜੋ ਰੈੱਡ ਬਲੱਡ ਸੈਲਸ ਉਹਨਾਂ ਦੀ ਟੁੱਟ ਜਾਂਦੇ ਆ, ਲਾਈਸਿਸ ਹੋ ਜਾਂਦੀ ਹੈ ਤੇ ਬ੍ਰਾਊਨ ਕਲਰ ਦੀ ਪਿਗਮੈਂਟੇਸ਼ਨ ਆ ਜਾਂਦੀ ਹੈ ਟਿਸ਼ੂ ਦੇ ਵਿੱਚ। It is removed by dipping the tissue in saturated alcoholic picric acid or sodium hydroxide solution. So ਇਹਨੂੰ remove ਕੀਤਾ ਜਾ ਸਕਦਾ ਹੈ tissue ਨੂੰ alcoholic picric acid solution ਦੇ ਵਿੱਚ ਪਾ ਕੇ ਜਾਂ sodium hydroxide ਦੇ solution ਦੇ ਵਿੱਚ ਰੱਖ ਕੇ। Next is Boyne's fixative. Boyne's fixative ਦੇ ਵਿੱਚ picric acid ਹੈ plus formalin ਹੈ और glacial acetic acid ਹੈ। जो picric acid है as ਆਪਾਂ ਪਹਿਲੇ ਪੜਿਆ ਸਿੰਪਲ ਫਿਕਸੇਟਿਵਸ ਦੇ ਵਿੱਚ ਪਿਕਰਿਕ ਐਸਿਡ ਰਿਐਕਟ ਕਰਦਾ ਹੈ ਪ੍ਰੋਟੀਨਸ ਦੇ ਨਾਲ ਟੂ ਫਾਰਮ ਪ੍ਰੋਟੀਨ ਪਿਕਰੇਟਸ। ਸੋ ਇਟ ਇਜ਼ ਅ ਫਿਕਸੇਸ਼ਨ ਟਾਈਮ ਜਿਹੜਾ ਹੈਗਾ ਬੋਇਨਸ ਫਿਕਸੇਟਿਵ ਦਾ ਉਹ ਹੈ 6 ਤੋਂ ਲੈ ਕੇ 24 ਘੰਟੇ। ਐਂਡ ਇਹਦੀ ਕੰਪੋਜੀਸ਼ਨ ਹੈ ਸੈਚੂਰੇਟਡ ਪਿਕਰਿਕ ਐਸਿਡ ਦਾ ਸੋਲੂਸ਼ਨ ਬਣਾਇਆ ਜਾਂਦਾ 1.2% ਦਾ। ਦੈਟ ਮੀਨਸ 1.2 grams ਜੋ ਪਿਕਰਿਕ ਐਸਿਡ ਹੈ ਡਿਸੋਲਵ ਕੀਤਾ ਜਾਂਦਾ ਇਨ 100 ml ਆਫ ਡਿਸਟਿਲ ਵਾਟਰ ਤੇ ਇਸ ਸੋਲੂਸ਼ਨ ਤੋਂ ਫਿਰ 75 ml ਸੋਲੂਸ਼ਨ ਲਿਆ ਜਾਂਦਾ ਹੈ ਉਹਦੇ ਵਿੱਚ ਐਡ ਕੀਤੀ ਜਾਂਦੀ ਹੈ ਫਾਰਮਲਿਨ 25 ml ਐਂਡ ਦੈਨ ਗਲੇਸ਼ੀਅਲ ਐਸਿਟਿਕ ਐਸਿਡ ਐਡ ਕਰਦੇ ਹੈ 5 ml। ਐਡਵਾਂਟੇजेस, ਇਟਸ ਅ ਵੈਰੀ ਗੁੱਡ ਫਿਕਸੇਟਿਵ ਫॉर ਗਲਾਈਕੋਜਨ, ਇਹ ਗਲਾਈਕੋਜਨ ਲਈ ਬਹੁਤ ਅੱਛਾ ਫਿਕਸੇਟਿਵ ਹੈ ਔਰ ਕਨੈਕਟਿਵ ਟਿਸ਼ੂਜ਼ ਲਈ ਸਪੈਸ਼ਲੀ ਹੀਮੈਟੋਲੋਜੀਕਲ ਐਂਡ ਲਿੰਫੋਇਡ ਟਿਸ਼ੂਜ਼ ਹੈ ਉਹਨਾਂ ਨੂੰ ਬੋਇਨਸ ਫਿਕਸੇਟਿਵ ਦੇ ਵਿੱਚ ਫਿਕਸ ਕੀਤਾ ਜਾਂਦਾ ਹੈ। ਇਟ ਇਜ਼ ਅ ਰਿਕਮੈਂਡਡ ਫਿਕਸੇਟਿਵਸ ਫॉर ਐਮਬ੍ਰਿਓਜ਼, ਐਮਬ੍ਰਿਓਜ਼ ਨੂੰ ਫਿਕਸ ਕਰਨ ਵਾਸਤੇ ਵੀ ਇਹ ਫਿਕਸੇਟਿਵ ਯੂਜ਼ ਹੁੰਦਾ ਹੈ। It gives rapid and even penetration without any shrinkage. ਇਹਦੇ ਨਾਲ ਬਹੁਤ ਤੇਜ਼ ਪੈਨੀਟ੍ਰੇਸ਼ਨ ਕਰਦਾ ਹੈ ਟਿਸ਼ੂਜ਼ ਦੇ ਵਿੱਚ ਤੇ ਬਹੁਤ ਜਲਦੀ ਉਹਨੂੰ ਜਿਹੜਾ ਈਵਨ ਜਿਹੜਾ ਹੈਗਾ ਪੈਨੀਟ੍ਰੇਟ ਕਰ ਲੈਂਦਾ ਹੈਗਾ ਟਿਸ਼ੂ ਦੇ ਵਿੱਚ ਉਹਨੂੰ ਫਿਕਸ ਕਰ ਦਿੰਦਾ ਹੈ। ਡਸ ਨਾਟ ਨੀਡ ਵਾਸ਼ਿੰਗ ਆਊਟ। ਸੋ ਇਹਦੇ ਨਾਲ ਫਿਕਸ ਕਰਨ ਤੋਂ ਬਾਅਦ ਟਿਸ਼ੂ ਨੂੰ ਵਾਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਟਿਸ਼ੂ ਗਿਵਸ ਬ੍ਰਿਲੀਅੰਟ ਸਟੇਨਿੰਗ ਬਾਈ ਟ੍ਰਾਈਕ੍ਰੋਮ ਮੈਥਡ। ਬੋਇਨਸ ਸੋਲੂਸ਼ਨ ਦੇ ਵਿੱਚ ਫਿਕਸ ਕਰਨ ਤੋਂ ਬਾਅਦ ਟਿਸ਼ੂਜ਼ ਨੂੰ ਜਦੋਂ ਟ੍ਰਾਈਕ੍ਰੋਮ ਮੈਥਡ ਦੇ ਨਾਲ ਸਟੇਨ ਕੀਤਾ ਜਾਂਦਾ ਹੈ ਤਾਂ ਟਿਸ਼ੂਜ਼ ਬਹੁਤ ਵਧੀਆ ਤਰੀਕੇ ਨਾਲ ਸਟੇਨ ਹੁੰਦੇ ਹਨ। ਡਿਸਐਡਵਾਂਟੇजेस, ਰੈਜ਼ੀਡੂਅਲ ਪਿਕਰਿਕ ਐਸਿਡ ਇੰਟਰਫੇਅਰਸ ਇਨ ਦਾ ਸਟੇਨਿੰਗ ਰਿਐਕਸ਼ਨਸ, ਕਿਉਂਕਿ ਇਹਦੇ ਵਿੱਚ ਪਿਕਰਿਕ ਐਸਿਡ ਪ੍ਰੈਜ਼ੈਂਟ ਹੈ ਤੇ ਅਗਰ ਉਹ ਟਿਸ਼ੂਜ਼ ਦੇ ਵਿੱਚ ਵੱਜ ਜਾਂਦਾ ਪਿੱਛੇ ਤਾਂ ਉਹ ਸਟੇਨਸ ਹੋਣ ਦੇ ਵਿੱਚ ਜਿਹੜਾ ਇੰਟਰਫੇਅਰ ਕਰਦਾ ਹੈ। ਸੋ ਯੈਲੋ ਸਟੇਨ ਔਨ ਟਿਸ਼ੂ, ਪਿਕਰਿਕ ਐਸਿਡ ਦਾ ਖੁਦ ਦਾ ਯੈਲੋ ਕਲਰ ਹੈ ਜੋ ਟਿਸ਼ੂ ਦੇ ਨੈਚੁਰਲ ਕਲਰ ਨੂੰ ਚੇਂਜ ਕਰਕੇ ਯੈਲੋ ਸਟੇਨ ਕਰ ਦਿੰਦਾ ਹੈ। ਸੋ ਵਿਚ ਇਜ਼ ਰਿਮੂਵਡ ਬਾਈ ਪਲੇਸਿੰਗ ਦਾ ਟਿਸ਼ੂ ਇਨ ਲਿਥੀਅਮ ਕਾਰਬੋਨੇਟ ਇਨ 70% ਅਲਕੋਹਲ। ਸੋ ਇਹ ਯੈਲੋ ਸਟੇਨ ਜਿਹੜੀ ਪਿਕਰਿਕ ਐਸਿਡ ਨੇ ਟਿਸ਼ੂਜ਼ ਨੂੰ ਦੇ ਦਿੱਤੀ ਹੈ ਉਹਨੂੰ ਰਿਮੂਵ ਕੀਤਾ ਜਾ ਸਕਦਾ ਹੈ ਬਾਈ ਪਲੇਸਿੰਗ ਦਾ ਟਿਸ਼ੂ ਇਨ ਲਿਥੀਅਮ ਕਾਰਬੋਨੇਟ ਸੋਲੂਸ਼ਨ ਇਨ 70% alcohol. It is not suitable for DNA study because it causes hydrolysis of nucleic acids. DNA ਦੀ ਸਟੱਡੀ ਵਾਸਤੇ ਜੋ ਬੋਇਨਸ ਫਿਕਸੇਟਿਵ ਉਹ ਯੂਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਨਿਊਕਲਿਕ ਐਸਿਡਸ ਨੂੰ ਹਾਈਡਰੋਲਾਈਜ਼ ਕਰ ਦਿੰਦਾ ਹੈ, ਬ੍ਰੇਕ ਕਰ ਦਿੰਦਾ ਹੈ। Damages cell membrane due to its acetic acid content. ਇਹ ਸੈਲ ਮੈਂਬਰੇਨਸ ਨੂੰ ਵੀ ਬ੍ਰੇਕ ਕਰ ਦਿੰਦਾ ਹੈ ਬਿਕੋਜ਼ ਇਹਦੇ ਵਿੱਚ ਗਲੇਸ਼ੀਅਲ ਐਸਿਟਿਕ ਐਸਿਡ ਪ੍ਰੈਜ਼ੈਂਟ ਹੈ। It destroys cytoplasmic structures like mitochondria ਨੂੰ ਵੀ ਇਹ ਡੈਮੇਜ ਕਰ ਦਿੰਦਾ ਹੈ ਤੇ ਇਸ ਕਰਕੇ ਇਹਨਾਂ ਚੀਜ਼ਾਂ ਦੀ ਸਟੱਡੀ ਵਾਸਤੇ ਇਹਨੂੰ ਯੂਜ਼ ਨਹੀਂ ਕੀਤਾ ਜਾ ਸਕਦਾ। Next is Cambridge solution and the composition है picric acid solution saturated use किया जाता है in 95% alcohol जिस तो कि 80 ml लिया जाता है। Formalin use होता है 15 ml and glacial acetic acid use होता है 5 ml and the composition ਦੇ ਵਿੱਚ and it is a very good fixative for glycogen. Now this is all about compound fixatives. Next is secondary fixation. Secondary fixation So it is a process of placing already fixed tissue in a second fixative. So एक tissue ਨੂੰ ਅਗਰ ਤੁਸੀਂ ਪਹਿਲੇ ਕਿਸੇ fixative ਦੇ ਵਿੱਚ ਪਾ ਕੇ ਫਿਕਸ ਕੀਤਾ ਹੈ ਉਹਨੂੰ ਉਸ ਦੇ ਵਿੱਚੋਂ ਨਿਕਾਲ ਕੇ ਕਿਸੇ ਦੂਸਰੇ fixative ਦੇ ਵਿੱਚ ਪਾਉਣ ਨੂੰ secondary fixation ਕਹਿੰਦੇ ਹਨ। ਇਹ ਕਿਉਂ ਕੀਤਾ ਜਾਂਦਾ ਹੈ? To improve the demonstration of a particular substance. Tissue ਦੇ ਵਿੱਚ ਕਿਸੇ particular substance ਦੀ study ਲਈ, ਉਹਦੀ demonstration ਲਈ
कई बार पहले फिक्सेटिव ਦੇ ਵਿੱਚ ਸਿਰਫ ਫਿਕਸ ਕਰਨਾ ਉਹਨੂੰ ਡੈਮੋਸਟ੍ਰੇਟ ਨਹੀਂ ਕੀਤਾ ਜਾ ਸਕਦਾ ਉਸ ਪਾਰਟਿਕੂਲਰ ਸਬਸਟੈਂਸ ਨੂੰ, ਇਸ ਕਰਕੇ ਉਹਨੂੰ ਕਿਸੇ ਦੂਸਰੇ ਫਿਕਸੇਟਿਵ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਟੂ ਮੇਕ ਸਪੈਸ਼ਲ ਸਟੇਨਿੰਗ ਟੈਕਨੀਕਸ ਪੋਸੀਬਲ, ਸੋ ਕਈ ਵਾਰ ਜੋ ਫਰਸਟ ਫਿਕਸੇਟਿਵ ਹੈ ਉਹ ਇੰਟਰਫੇਅਰ ਕਰਦਾ ਹੈ ਵਿਦ ਸਮ ਸਟੇਨਿੰਗ ਟੈਕਨੀਕਸ, ਕਿਸੇ ਚੀਜ਼ ਨਾਲ ਫਿਕਸੇਟਿਵ ਜੋ ਹੈ ਟਿਸ਼ੂ ਨੂੰ ਸਟੇਨ ਨਹੀਂ ਹੋਣ ਦਿੰਦਾ। ਸੋ ਜਿਹੜਾ ਦੂਸਰਾ ਫਿਕਸੇਟਿਵ ਹੈ ਉਹ ਬੈਟਰ ਸਟੇਨਿੰਗ ਕਰਵਾ ਸਕਦਾ ਹੈ ਟਿਸ਼ੂ ਦੀ ਕਿਸੇ particular stains ਦੇ ਨਾਲ, so which act as a mordant for the stains। so ਇਸ ਕਰਕੇ secondary ਜਿਹੜਾ fixative ਹੈ use ਕੀਤਾ ਜਾਂਦਾ ਹੈ। so to make special staining techniques possible as second fixative ਜਿਹੜਾ ਹੈਗਾ it acts as mordant to ensure further and complete hardening and preservation of the tissues। so ਜਿਹੜਾ tissue ਹੈ ਕਈ ਵਾਰੀ ਪਹਿਲੇ fixative ਦੇ ਵਿੱਚ ਪਾ ਕੇ ਉਹਨੂੰ ਇੱਕ particular level ਤੱਕ firm नहीं ਕੀਤਾ ਜਾ ਸਕਦਾ या वो बहुत लंबे टाइम तक किसी टिश्यू ਨੂੰ प्रिजर्व नहीं कर सकता। सो इस करके ਉਹਨੂੰ ਪਹਿਲੇ ਫਿਕਸੇਟਿਵ ਚੋਂ ਨਿਕਾਲ ਕੇ ਦੂਸਰੇ ਫਿਕਸੇਟਿਵ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਸੋ ਟੂ ਇਨਸ਼ੋਰ ਫਰਦਰ ਐਂਡ ਕੰਪਲੀਟ ਹਾਰਡਨਿੰਗ ਐਂਡ ਪ੍ਰੀਜ਼ਰਵੇਸ਼ਨ ਆਫ ਦਾ ਟਿਸ਼ੂਜ਼। ਸੋ ਸੈਕੰਡਰੀ ਫਿਕਸੇਸ਼ਨ ਨੂੰ ਡੀਫਾਰਮੈਲਾਈਜੇਸ਼ਨ ਵੀ ਕਹਿੰਦੇ ਹੈ, ਜਦੋਂ ਕਿ ਪਹਿਲਾ ਜਿਹੜਾ ਫਿਕਸੇਟਿਵ ਹੈ ਉਹ ਫਾਰਮਲਿਨ ਹੋਵੇ। ਸੋ ਉਹਨੂੰ ਫਾਰਮਲਿਨ ਚੋਂ ਰਿਮੂਵ ਕਰਨ ਨੂੰ ਡੀਫਾਰਮੈਲਾਈਜੇਸ਼ਨ ਵੀ ਕਿਹਾ ਜਾਂਦਾ ਹੈ। Next is washing out. Now what is washing out? It is the process of removing excess fixative from the tissue after fixation। So अगर excess fixative present है tissue ਦੇ ਵਿੱਚ fixation ਤੋਂ ਬਾਅਦ ਉਹਨੂੰ remove ਕਰਨ ਦੇ process ਨੂੰ ਕੀ ਕਹਿੰਦੇ ਆ? washing out। ਕਿਉਂ ਕਰਦੇ ਆ washing out? To improve staining, ताकि ਜਿਹੜਾ excess fixative ਹੈ ਉਹ staining ਦੇ ਨਾਲ interfere ਨਾ ਕਰੇ, ਇਸ ਕਰਕੇ staining ਜਿਹੜੀ ਹੈ tissue ਦੀ proper ਹੋਵੇ। ਇਸ ਕਰਕੇ ਜਿਹੜਾ ਐਕਸਟਰਾ ਫਿਕਸੇਟਿਵ ਹੈ ਉਹਨੂੰ ਵਾਸ਼ ਆਊਟ ਕਰ ਦਿੱਤਾ ਜਾਂਦਾ ਹੈ, ਰਿਮੂਵ ਕਰ ਦਿੱਤਾ ਜਾਂਦਾ ਹੈ। ਇਟ ਇਜ਼ ਆਲਸੋ ਯੂਜ਼ਡ ਟੂ ਰਿਮੂਵ ਆਰਟੀਫੈਕਟਸ ਫਰਮ ਦ ਟਿਸ਼ੂਜ਼। ਨਾਓ ਵਾਟ ਆਰ ਆਰਟੀਫੈਕਟਸ? ਉਹ ਚੀਜ਼ਾਂ ਜਿਹੜੀਆਂ ਟਿਸ਼ੂ ਦੇ ਵਿੱਚ ਨੈਚੁਰਲੀ ਪ੍ਰੈਜ਼ੈਂਟ ਨਹੀਂ ਸੀਗੀਆਂ, ਫਿਕਸੇਟਿਵ ਦੇ ਵਿੱਚ ਪਾਉਣ ਨਾਲੋਂ ਅਨਨੈਚੁਰਲੀ ਬਣ ਗਈਆਂ। ਸੋ ਦੇ ਆਰ ਨੋਟ ਅ ਪਾਰਟ ਆਫ ਦ ਟਿਸ਼ੂ। ਸੋ ਐਕਸਟਰਾ ਜਿਹੜੀਆਂ ਸਟਰਕਚਰਸ ਜਾਂ ਕੰਪੋਨੈਂਟਸ ਬਣ ਗਏ ਹੈ ਉਹਨਾਂ ਨੂੰ ਰਿਮੂਵ ਕਰਨ ਵਾਸਤੇ ਹੀ ਵਾਸ਼ਿੰਗ ਆਊਟ ਕੀਤੀ ਜਾਂਦੀ ਹੈ। So next is it is done by tap water, running tap water, 50 to 70% alcohol solutions or alcoholic iodine ਦੇ ਨਾਲ ਜਿਹੜਾ washing out ਦਾ process ਕੀਤਾ ਜਾਂਦਾ ਹੈ। So washing out ਜੋ ਹੈ tap water ਨਾਲ ਕਦੋਂ ਕੀਤੀ ਜਾਂਦੀ ਹੈ? Chromate to remove excess of chromates from tissue fixed in Halley's and Zenker's। So ਇਹਨਾਂ ਦੋਨਾਂ ਦੇ ਵਿੱਚ ਜਿਹੜਾ potassium dichromate use ਹੁੰਦਾ ਹੈ। ਸੋ ਜਿਹੜੇ ਕ੍ਰੋਮੇਟਸ ਬਣ ਜਾਂਦੇ ਆ ਪ੍ਰੈਸਿਪਿਟੇਟਸ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ ਹੈ ਬਾਈ ਟੈਪ ਵਾਟਰ। ਅਗਰ ਐਕਸੈਸ ਫਾਰਮਲਿਨ ਹੈਗੀ ਹੈ ਉਹਨੂੰ ਵੀ ਟੈਪ ਵਾਟਰ ਨਾਲ ਰਿਮੂਵ ਕਰਦੇ ਆ ਔਰ ਓਸਮਿਕ ਐਸਿਡ ਨੂੰ ਵੀ ਟੈਪ ਵਾਟਰ ਦੇ ਵਿੱਚ ਪਾ ਕੇ ਟਿਸ਼ੂ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਸੋ ਜੋ ਪਿਕਰਿਕ ਐਸਿਡ ਕੰਟੇਨਿੰਗ ਫਿਕਸੇਟਿਵਸ ਹੈ, ਐਕਸੈਸ ਆਫ ਪਿਕਰਿਕ ਐਸਿਡ ਜੋ ਯੈਲੋ ਕਲਰ ਪ੍ਰੋਵਾਈਡ ਕਰ ਦਿੰਦਾ ਟਿਸ਼ੂ ਨੂੰ ਲਾਈਕ ਇਨ ਬੋਇਨ ਸੋਲਿਊਸ਼ਨਸ, ਉਹਨੂੰ 50 to 70% alcohol solution ਦੇ ਵਿੱਚ ਪਾ ਕੇ ਉਹਨੂੰ ਰਿਮੂਵ ਵਾਸ਼ ਆਊਟ ਕੀਤਾ ਜਾ ਸਕਦਾ ਹੈ। ਨੈਕਸਟ ਇਜ਼ ਜਿੱਤੇ ਵੀ ਮਰਕਰੀ ਕੰਟੇਨਿੰਗ ਫਿਕਸੇਟਿਵ ਹੈ that is mercuric fixatives ਹੈ ਉਹਨਾਂ ਨੂੰ alcoholic iodine ਦੇ ਵਿੱਚ ਪਾ ਕੇ ਜੋ ਹੈ ਰਿਮੂਵ ਕੀਤਾ ਜਾ ਸਕਦਾ ਹੈ, ਵਾਸ਼ ਆਊਟ ਕਰ ਸਕਦੇ ਹਾਂ। So this is all about fixation and fixatives. Thank you.